everyone. Hallelujah, hallelujah. Shalom, everyone. Jai Masih ki. Praise the Lord. And thank you, Pastor Cameron, Pastor Samina, and thank you, Pastor Shugufta, Pastor Haroon, and everyone, all the congregation, the leadership, the eldership. Hallelujah. और जितने भी पार्टनर्स हैं, सपोर्टर्स हैं, जो इस मिनिस्ट्री को सपोर्ट करते हैं, खुदावंद का शुक्र करते हैं उन सब की जिंदगियों के लिए कि खुदावंद ने हमें आज यहाँ पर खड़ा किया है, इस मिनिस्ट्री के साथ जोड़ा है, तो हम खुदावंद के नाम को इज्जत और जलाल देते हैं। सो मैं खुदावंद का शुक्र करती हूँ और उसके नाम को इज्जत और जलाल देती हूँ। लास्ट वीक मैंने पास्टर कैमरन से कहा था कि मैंने मुझे खुदावंद का रूह बार बार कह रहा था कि आज you need to share the word of God on Glory Prayer Ministry platform. So मैं खुदावंद का शुक्र करती हूँ क्योंकि खुदावंद ने मुझे शिफा दी है। सो आज हम शिफा के बारे में सीखेंगे खुदावंद के जिंदा कलाम में से। सॉरी, आई थिंक मुझे पंजाबी में करना, सो आई विल आई विल जस्ट स्पीक इन पंजाबी एज वेल। सो मैं खुदावंद का शुक्र करदी हां और ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣੀ ਆ। ਸੋ ਮੈਨੂੰ ਖੁਦਾਵੰਦ ਨੇ ਵਚਨ ਦਿੱਤਾ ਸੀਗਾ, ਵਚਨ ਹੈਗਾ ਸੀ ਕਿ ਯਹੋਵਾ ਰਾਫਾ, ਯਹੋਵਾ ਰਾਫਾ means God is our healer. ਉਹ ਸਾਨੂੰ ਸ਼ਿਫਾ ਦਿੰਦਾ ਆ, ਉਹ ਸਾਨੂੰ ਚੰਗਾਈ ਦਿੰਦਾ ਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਆ ਕਿ ਖੁਦਾਵੰਦ ਨੇ ਮੈਨੂੰ ਚੰਗਾਈ ਦਿੱਤੀ ਔਰ ਇਸ ਚੰਗਾਈ ਦੇ ਵਸੀਲੇ ਦੇ ਨਾਲ ਜੋ ਮੈਨੂੰ ਮਿਲੀ ਹੈ, ਜਿਹੜੀ ਮੇਰੀ ਅੱਜ ਗਵਾਹੀ ਇੱਥੇ खुदावंद ने तैयार की है, ਜਿਹੜੀ ਮੇਰੀ ਗਵਾਹੀ ਤਿਆਰ ਹੋਈ ਹੈ, ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਸਕਦੀ ਹਾਂ ਔਰ खुदावंद ਦੇ ਨਾਮ ਨੂੰ ਇੱਜ਼ਤ ਤੇ ਜਲਾਲ ਅਸੀਂ ਸਾਰੇ ਰਲ ਮਿਲ ਕੇ ਬਹੁਤ ਉੱਚਾ ਔਰ ਬਹੁਤ, ਕਿਉਂਕਿ ਉਹ ਸਾਡਾ ਇੱਕ ਵੱਡਾ ਖੁਦਾ ਆ ਜਿਨੇ ਸਾਨੂੰ ਸਾਰੀਆਂ ਚੀਜ਼ਾਂ ਤੋਂ ਸਾਨੂੰ ਫਤਹ ਦਿੱਤੀ ਹੈ, ਚੰਗਾਈ ਦਿੱਤੀ ਹੈ, ਸਾਨੂੰ ਬਿਮਾਰੀਆਂ ਤੋਂ ਸ਼ਿਫਾ ਦਿੱਤੀ ਹੈ। ਸੋ ਮੈਂ ਉਸ खुदावंद ਦਾ ਸ਼ੁਕਰ ਕਰਦੀ ਹਾਂ ਔਰ ਉਹਦੇ ਨਾਮ ਨੂੰ ਮੈਂ ਮਹਿਮਾ ਆਦਰ ਵਡਿਆਈ ਦਿੰਦੀ ਹਾਂ ਕਿਉਂਕਿ ਉਹ ਇਹਨਾਂ ਸਭਨਾਂ ਚੀਜ਼ਾਂ ਦੇ ਯੋਗ ਹੈ। ਉਹਦੀ ਜੈ ਜੈਕਾਰ ਅਸੀਂ ਕਰਦੇ ਹਾਂ। ਹਾਲੇਲੂਇਆ, ਕਿਉਂਕਿ ਉਹ ਮਹਾਨ ਆ, ਉਹ ਸੁੱਚਾ ਤੇ ਉੱਚਾ ਪਰਮੇਸ਼ਵਰ ਆ ਜਿਨੇ ਇਸ ਜ਼ਮੀਨ ਨੂੰ, ਇਸ ਜ਼ਮੀਨ ਦੇ ਉੱਤੇ ਇਸ ਮਾਮੂਰੀ ਨੂੰ ਉਹਨੇ ਬਣਾਇਆ, ਸਾਨੂੰ ਕ੍ਰੀਏਟ ਕੀਤਾ, ਉਹ ਸਾਡਾ ਬਣਾਉਣ ਵਾਲਾ ਖੁਦਾ ਆ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਜਿਨੇ ਮੈਨੂੰ ਅੱਜ ਚੰਗਾਈ ਦਿੱਤੀ ਹੈ ਔਰ ਮੈਂ ਇਸ ਕਲਾਮ ਦੇ ਵਸੀਲੇ ਦੇ ਨਾਲ ਮੈਂ ਅੱਜ ਸਾਰਿਆਂ ਦੇ ਨਾਲ ਤੁਹਾਡਾ ਸਾਂਝਾ ਕਰਨਾ ਚਾਹੁੰਦੀ ਹਾਂ ਜੋ ਖੁਦਾਵੰਦ ਨੇ ਮੈਨੂੰ ਕਲਾਮ ਦਿੱਤਾ ਆ। सो मैं दोबारा तो जय मसीह दी, प्रेज द लॉर्ड एंड शालोम एवरीवन। खुदावंद ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਜਿੱਦਾਂ ਮੈਨੂੰ ਇਸ ਕਲਾਮ ਦੇ ਵਿੱਚੋਂ ਇੰਨੀ ਬਰਕਤ ਮਿਲੀ ਹੈ। ਮੈਂ ਚਾਹੁੰਦੀ ਹਾਂ ਕਿ ਇਹ ਕਲਾਮ ਤੁਹਾਡੇ ਨਾਲ ਅੱਜ ਸ਼ੇਅਰ ਕੀਤਾ ਜਾਵੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਿੱਚੋਂ ਬਰਕਤ ਮਿਲੇ। ਤੁਸੀਂ ਐਕਟਿਵ ਬਣ ਕੇ ਇੱਥੇ ਬੈਠਣਾ ਆ ਕਿਉਂਕਿ ਜੇ ਕਲਾਮ ਦੇ ਵਿੱਚੋਂ ਅਸੀਂ ਕੁਝ ਵੀ ਮਿਸ ਕਰ ਲੈਂਦੇ ਆ ਤੇ ਅਸੀਂ ਸਾਰਾ ਕੁਝ ਮਿਸ ਕਰ ਲੈਂਦੇ ਆ। ਸੋ ਮੈਂ खुदावंद ਦਾ ਸ਼ੁਕਰ ਕਰਦੀ ਹਾਂ ਔਰ ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣੀ ਆ ਕਿ खुदावंद ਨੇ ਸਾਨੂੰ ਆਪਣਾ ਜ਼ਿੰਦਾ ਕਲਾਮ ਦਿੱਤਾ ਆ, ਸਾਨੂੰ ਆਪਣੀ ਜ਼ਿੰਦਾ ਰੋਟੀ ਦਿੱਤੀ ਹੈ ਕਿ ਇਸ ਵਚਨ ਦੇ ਨਾਲ ਅਸੀਂ ਜ਼ਿੰਦਾ ਹੈਗੇ ਆ। ਕਿਉਂਕਿ ਜੇ ਸਾਡੇ ਕੋਲ ਇਹ ਵਚਨ ਨਾ ਹੋਵੇ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਅਸੀਂ ਜਿੱਦਾਂ ਡੈਡ ਬੋਡੀਜ਼ ਹੈਗੀਆਂ ਅਸੀਂ ਉਦਾਂ ਅਸੀਂ ਜੀਵਾਂਗੇ, ਪਰ ਜਦ ਵਚਨ ਸਾਡੇ ਨਾਲ ਆ, खुदावंद ਦਾ ਜ਼ਿੰਦਾ ਕਲਾਮ ਸਾਡੇ ਨਾਲ ਆ ਤੇ ਅਸੀਂ ਹਰ ਚੀਜ਼ ਦੇ ਉੱਤੇ ਫਤਹ ਪਾ ਸਕਦੇ ਹਾਂ ਜਿੱਦਾਂ ਮੈਂ ਪਾਈ ਹੈ। ਹਾਲੇਲੂਇਆ, ਕਿ ਮੇਰੇ ਭੈਣ ਭਰਾਵਾਂ ਨੇ ਮੇਰੇ ਵਾਸਤੇ ਇੰਨੀਆਂ ਦੁਆਵਾਂ ਕੀਤੀਆਂ, ਮੇਰੇ ਵਾਸਤੇ ਰੋਜ਼ੇ ਰੱਖੇ, ਮੇਰੇ ਵਾਸਤੇ ਫਾਸਟਿੰਗ ਕੀਤੀ। ਸੋ ਮੈਂ खुदावंद ਦਾ ਸ਼ੁਕਰ ਕਰਦੀ ਹਾਂ ਮੇਰੇ ਪਰਮੇਸ਼ਵਰ ਨੇ, ਮੇਰੇ ਉਸ ਜ਼ਿੰਦਾ ਖੁਦਾ ਨੇ ਮੈਨੂੰ ਅੱਜ ਸ਼ਿਫਾ ਦਿੱਤੀ ਹੈ ਔਰ ਮੈਂ ਉਸ खुदावंद ਦੇ ਨਾਮ ਨੂੰ ਉੱਚਾ ਕਰਦੀ ਔਰ ਉਹਦੇ ਨਾਮ ਦੀ ਮਨਾਂਤੀ ਕਰਦੀ ਔਰ ਉਹਦੇ ਨਾਮ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੀ ਹਾਂ ਕਿ खुदावंद ਹੀ ਹੈ ਜੋ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਆ, ਜੋ ਸਭ ਕੁਝ ਕਰਨ ਦੀ ਤਾਕਤ ਰੱਖਦਾ ਆ। ਹਾਲੇਲੂਇਆ। ਅੱਜ ਅਸੀਂ ਕਲਾਮ ਦੇ ਵਿੱਚੋਂ ਸਿੱਖਾਂਗੇ, ਅੱਜ ਅਸੀਂ ਕਲਾਮ ਦੇ ਵਿੱਚੋਂ ਦੀ ਸਿੱਖਾਂਗੇ, ਅਸੀਂ ਐਕਸੋਡਸ ਦੀ ਕਿਤਾਬ ਤੋਂ ਸਟਾਰਟ ਕਰਾਂਗੇ। ਕੂਚ ਦੀ ਕਿਤਾਬ ਉਹਦਾ 23 ਅਧਿਆਇ, ਕੂਚ ਦੀ ਕਿਤਾਬ ਬੁੱਕ ਆਫ ਐਕਸੋਡਸ ਚੈਪਟਰ 23 ਵਰਸ 25। ਹਾਲੇਲੂਇਆ। ਚੈਪਟਰ 23 ਵਰਸ 25 ਇਹਦੇ ਵਿੱਚ ਲਿਖਿਆ ਆ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਸਾਨੂੰ ਸਿਰਫ ਤੇ ਸਿਰਫ ਯਹੋਵਾ ਪਾਕ ਖੁਦਾ ਦੀ ਉਪਾਸਨਾ ਕਰਨੀ ਹੈ, ਉਹਦੇ ਨਾਮ ਨੂੰ ਉੱਚਾ ਕਰਨਾ ਆ ਤਾਂ ਕਿ ਉਸ ਜ਼ਿੰਦਾ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇਣੀ ਹੈ, ਤਾਂ ਕਿ
ਅਸੀਂ ਬਿਮਾਰੀਆਂ ਤੋਂ ਸ਼ਿਫਾ ਪਾਈਏ। ਦਿਸ ਇਜ਼ ਦ ਇਹ ਕਮਾਂਡ ਆ, ਇਹ ਹੁਕਮ ਆ ਕਿ ਪਰਮੇਸ਼ਵਰ ਨੇ ਕੀ ਸਾਨੂੰ ਇਹਦੇ ਵਿੱਚ ਕਿਹਾ ਆ ਕਿ ਜੇ ਤੁਸੀਂ ਉਸ ਪਰਮੇਸ਼ਵਰ ਦੀ ਉਪਾਸਨਾ ਕਰੋਗੇ, ਉਸ ਜ਼ਿੰਦਾ ਖੁਦਾ ਦੀ ਉਪਾਸਨਾ ਕਰੋਗੇ ਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ। ਔਰ ਜਿੰਨੀਆਂ ਤੁਹਾਡੇ ਵਿੱਚ ਬਿਮਾਰੀਆਂ ਆ, ਤੁਹਾਡੇ ਵਿੱਚ ਮਾਂਦਗੀਆਂ ਆ, ਉਹਨਾਂ ਤੋਂ ਤੁਹਾਨੂੰ ਸ਼ਿਫਾ ਦੇਵੇਗਾ, ਉਹਨਾਂ ਤੋਂ ਤੁਹਾਨੂੰ ਚੰਗਾਈ ਦੇਵੇਗਾ। ਸੋ ਸਾਡਾ ਖੁਦਾ ਕਿੰਨਾ ਮਹਾਨ ਆ, ਸਾਡਾ ਉੱਚਾ ਪਰਮੇਸ਼ਵਰ ਕਿੰਨਾ ਮਹਾਨ ਆ ਕਿ ਉਹ ਸਾਨੂੰ ਹਰ ਚੀਜ਼ ਤੋਂ, ਹਰ ਬਿਮਾਰੀ ਤੋਂ, ਹਰ ਇਨਫਰਮਿਟੀਜ਼ ਤੋਂ, ਹਰ ਇੱਕ ਡਿਜ਼ੀਜ਼ ਤੋਂ ਸਾਨੂੰ ਚੰਗਾ ਕਰਦਾ ਹੈ ਔਰ ਹਰ ਚੀਜ਼ ਦੀ ਸਾਨੂੰ ਸਪਲੀਕੇਸ਼ਨ ਦਿੰਦਾ ਹੈ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਔਰ ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦਿੰਦੀ ਹਾਂ। ਪਰ ਸਾਨੂੰ ਚਾਹੀਦਾ ਆ ਕਿ ਅਸੀਂ ਉਹਦੇ ਹੁਕਮਾਂ ਦੇ ਉੱਤੇ ਚੱਲ ਸਕੀਏ, ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰ ਸਕੀਏ, ਅਸੀਂ ਉਹਦੇ ਕਮਾਂਡਮੈਂਟਸ ਨੂੰ ਮੰਨ ਸਕੀਏ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਜਿਨਨੇ ਸਾਨੂੰ ਆਪਣਾ ਜ਼ਿੰਦਾ ਵਚਨ ਦਿੱਤਾ ਹੈ। ਸੋ ਮੈਂ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦਿੰਦੀ ਹਾਂ। ਸਾਮ 121 ਉਹਦਾ 5 ਤੋਂ 8 ਅਸੀਂ ਅਧਿਆਇ ਉਹਦਾ 5 ਤੋਂ 8 ਤੱਕ ਅਸੀਂ ਪੜਾਂਗੇ। ਉਹਦੇ ਵਿੱਚ ਲਿਖਿਆ ਕਿ ਯਹੋਵਾ ਤੇਰਾ ਰਾਖਾ ਹੈ, ਯਹੋਵਾ ਤੇਰੇ ਸੱਜੇ ਹੱਥ ਤੇ ਤੇਰਾ ਸਾਇਆ ਹੈ, ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀ ਚੰਦਰਮਾ, ਨਾ ਯਹੋਵਾ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰੱਖਿਆ ਕਰੇਗਾ। ਯਹੋਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੱਕ ਰੱਖਿਆ ਕਰੇਗਾ। ਹਾਲੇਲੂਇਆ। ਕਿੰਨਾ ਵਧੀਆ ਤੇ ਕਿੰਨਾ ਪਿਆਰਾ ਖੁਦਾਵੰਦ ਦਾ ਵਚਨ ਆ, ਉਸ ਪਰਮੇਸ਼ਵਰ ਦਾ ਵਚਨ ਆ। ਉਹ ਕਹਿੰਦਾ ਮੈਂ ਤੇਰੇ ਅੱਗੇ ਪਿੱਛੇ ਦੂਤਾਂ ਦੀ ਬਾੜ ਲਗਾ ਦੇਵਾਂਗਾ। ਉਹ ਕਹਿੰਦਾ ਮੈਂ ਤੇਰਾ ਰਾਖਾ ਆ। ਹਾਲੇਲੂਇਆ। ਉਹ ਸਾਡੀ ਪ੍ਰੋਟੈਕਸ਼ਨ ਕਰਦਾ ਆ, ਉਹ ਸਾਡਾ ਰਾਖਾ ਆ। ਸੋ ਮੈਂ ਉਸ ਪਾਕ ਖੁਦਾ ਦਾ, ਉਸ ਪਰਮੇਸ਼ਵਰ ਦਾ, ਉਸ ਜ਼ਿੰਦਾ ਪਰਮੇਸ਼ਵਰ ਦਾ ਮੈਂ ਧੰਨਵਾਦ ਕਰਦੀ ਆ ਕਿ ਜਿਨਨੇ ਅੱਜ ਮੈਨੂੰ ਇੱਥੇ ਖੜਾ ਕੀਤਾ ਆ। ਹਾਲੇਲੂਇਆ। ਮੈਨੂੰ ਚੰਗਾ ਕੀਤਾ ਆ, ਮੈਨੂੰ ਉਹ ਸ਼ਿਫਾ ਦਿੱਤੀ ਹੈ। ਹਾਲੇਲੂਇਆ। ਜੋ ਅਸੀਂ ਕਿਸੇ ਕੋਲ ਵੀ ਨਹੀਂ ਲੈ ਸਕਦੇ, ਸਿਰਫ ਇੱਕ ਸਾਡਾ ਪਾਕ ਖੁਦਾ ਆ, ਯਹੋਵਾ ਪਾਕ ਖੁਦਾ, ਜਿਹਦਾ ਨਾਮ ਯਹੋਵਾ ਆ। ਉਹ ਸਾਨੂੰ ਹਰ ਚੀਜ਼ ਤੋਂ ਸ਼ਿਫਾ ਦਿੰਦਾ ਆ। ਹਾਲੇਲੂਇਆ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਆ। ਆਇਜ਼ਾਇਆ ਦੀ ਕਿਤਾਬ ਇਹਦੇ ਨਾਲ ਰਿਲੇਟਡ ਰੈਫਰੈਂਸ ਇੱਕ ਹੋਰ ਮੈਂ ਤੁਹਾਨੂੰ ਦੇਣਾ ਚਾਹੁੰਦੀ ਆ। There is too many references, Pastor Cameron. ਥੋੜਾ ਜਿਹਾ ਕਲਾਮ ਮੈਂ 5-10 ਮਿੰਟ ਤੋਂ ਉੱਪਰ ਹੋ ਜਾਣਾ ਆ, ਪਰ ਮੈਂ ਟਰਾਈ ਕਰਾਂਗੀ ਕਿ ਮੈਂ ਇਹਨੂੰ 40-45 ਮਿੰਟਸ ਤੱਕ ਛੇਤੀ ਤੋਂ ਛੇਤੀ ਖਤਮ ਕਰ ਦੇਵਾਂ ਤਾਂ ਕਿ ਤੁਹਾਡੇ ਸਾਰਿਆਂ ਦੇ ਕੋਲ ਇਹ ਕਲਾਮ ਪਹੁੰਚ ਜਾਵੇ। ਹਾਲੇਲੂਇਆ। ਸੋ ਇਹਦਾ ਕ੍ਰਾਸ ਰੈਫਰੈਂਸ ਹੈਗਾ ਆ ਆਇਜ਼ਾਇਆ ਚੈਪਟਰ 66 ਵਰਸ 13 ਦੇ ਵਿੱਚ ਲਿਖਿਆ ਆ। ਆਇਜ਼ਾਇਆ ਯਸ਼ਾਇਆ ਨਬੀ ਦੀ ਕਿਤਾਬ ਉਹਦਾ 66 ਅਧਿਆਇ ਔਰ ਉਹਦੀ 13ਵੀਂ ਆਇਤ ਵਿੱਚ ਲਿਖਿਆ ਆ, ਉਸ ਵਾਂਗੂ ਜਿਹਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ ਅਤੇ ਤੁਸੀਂ ਯਰੂਸ਼ਲਮ ਵਿੱਚ ਤਸੱਲੀ ਨੂੰ, ਦਿਲਾਸੇ ਨੂੰ ਪਾਓਗੇ। ਤੁਸੀਂ ਉਸ ਬਿਮਾਰੀ ਵਿੱਚ ਵੀ ਦਿਲਾਸੇ ਨੂੰ ਪਾਓਗੇ। ਹਾਲੇਲੂਇਆ। ਤੁਸੀਂ ਉਸ ਬਿਮਾਰੀ ਵਿੱਚ ਵੀ ਉਸ ਦਿਲਾਸੇ ਨੂੰ ਪਾਓਗੇ। ਹਾਲੇਲੂਇਆ। ਕਿਉਂਕਿ ਖੁਦਾਵੰਦ ਹਾਲੇਲੂਇਆ ਸਾਨੂੰ ਦਿਲਾਸਾ ਦਿੰਦਾ ਆ, ਉਹ ਸਾਨੂੰ ਹਿੰਮਤ ਦਿੰਦਾ ਆ, ਉਹ ਸਾਨੂੰ ਤਸੱਲੀ ਦਿੰਦਾ ਆ, ਉਹ ਸਾਨੂੰ ਬਚਾਉਂਦਾ ਆ ਹਰ ਇੱਕੋ ਗੰਦਗੀ ਚੋਂ, ਉਹ ਸਾਨੂੰ ਕੱਢਦਾ ਆ ਹਰ ਇੱਕੋ ਗੰਦਗੀ ਚੋਂ। ਸੋ ਸਾਡਾ ਖੁਦਾਵੰਦ ਕਿੰਨਾ ਮਹਾਨ ਆ ਕਿ ਸਾਨੂੰ ਜੋ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਆ, ਮੇਰੇ ਭੈਣੋ ਤੇ ਭਰਾਵੋ, ਤੁਸੀਂ ਉਸ ਵਚਨ ਦੇ ਉੱਤੇ ਆਪਣੀ ਪੂਰੇ ਦਿਲ ਨਾਲ ਉਹਦੀ ਇਬਾਦਤ ਨੂੰ ਕਰੋ, ਉਸ ਵਚਨ ਨੂੰ ਪੂਰੇ ਦਿਲ ਨਾਲ ਪੜੋ। ਕਿਉਂਕਿ ਮੈਂ ਸਿੱਖਿਆ ਆ, ਕਿਉਂਕਿ ਜਦੋਂ ਤੱਕ ਅਸੀਂ ਵਚਨ ਨੂੰ ਆਪਣੇ ਅੰਦਰ ਤੱਕ ਨਹੀਂ ਲੈ ਕੇ ਜਾਂਦੇ, ਤਦ ਤੱਕ ਨੂੰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਦ ਵਚਨ ਸਾਡੇ ਅੰਦਰ ਜਾਏਗਾ ਤੇ ਅਸੀਂ ਹਰ ਚੀਜ਼ ਤੇ ਪਤਾ ਪਾਵਾਂਗੇ, ਹਰ ਚੀਜ਼ ਤੇ ਅਸੀਂ ਵਿਕਟਰੀ ਨੂੰ ਹਾਸਲ ਕਰਾਂਗੇ। ਹਾਲੇਲੂਇਆ। ਕਿਉਂਕਿ ਇਸ ਪਲੇਟਫਾਰਮ ਤੇ ਗ੍ਰੇਟ ਗ੍ਰੇਸ ਨੂੰ ਰਿਲੀਜ਼ ਕੀਤਾ ਜਾਂਦਾ ਆ, ਵਿਕਟਰੀ ਨੂੰ ਰਿਲੀਜ਼ ਕੀਤਾ ਜਾਂਦਾ ਆ। ਲੋਕ ਬਿਮਾਰੀਆਂ ਤੋਂ ਸ਼ਿਫਾ ਪਾ ਰਹੇ ਨੇ, ਚੰਗਾਈ ਨੂੰ ਹਾਸਲ ਕਰ ਰਹੇ ਨੇ। ਤਾਂ ਕਿਉਂ ਨਾ ਅਸੀਂ ਖੁਦਾਵੰਦ ਦੇ ਉਸ ਕਲਾਮ ਨੂੰ, ਜ਼ਿੰਦਾ ਵਚਨ ਨੂੰ ਅਸੀਂ ਆਪਣੇ ਦਿਲ ਦੀਆਂ ਤਖਤੀਆਂ ਤੇ ਲਿਖੀਏ। ਕਿਉਂਕਿ ਇਹੀ ਸਾਡਾ ਪਰਮੇਸ਼ਰ ਸਾਨੂੰ ਕਹਿੰਦਾ ਆ ਕਿ ਤੁਸੀਂ ਮੇਰੇ ਕਲਾਮ ਨੂੰ ਆਪਣੀ ਦਿਲ ਦੀਆਂ ਤਖਤੀਆਂ ਤੇ ਲਿਖ ਲਓ। ਹਾਲੇਲੂਇਆ। ਅਮਲਾਂ ਤੋਂ ਬਗੈਰ ਨਹਿਚਾ ਜਿਹੜੀ ਉਹ ਮੁਰਦਾ ਹੈਗੀ ਹੈ। ਜੇ ਸਾਡੇ ਵਿੱਚ ਅਮਲ ਨਹੀਂ ਹੋਏਗਾ, ਜੇ ਅਸੀਂ ਖੁਦਾ ਦਾ ਖਾਦਮ ਜਾਂ ਖੁਦਾ ਦੀ ਖਾਦਮਾ ਸਾਡੇ ਵਾਸਤੇ ਦੁਆ ਕਰਦੀ ਹੈ, ਜੇ ਅਸੀਂ ਉਸ ਦੁਆ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਐਗਰੀ ਨਹੀਂ ਹੈਗੇ ਆ, ਉਹਨਾਂ ਦੇ ਫੇਥ ਦੇ ਨਾਲ ਐਗਰੀ ਨਹੀਂ ਹੈਗੇ ਆ, ਤੇ ਉਹ ਦੁਆ ਜਿਹੜੀ ਉਹ ਕੰਮ ਨਹੀਂ ਕਰੇਗੀ। ਤੁਹਾਨੂੰ ਪਹਿਲਾਂ ਐਗਰੀਮੈਂਟ ਦੇ ਵਿੱਚ ਹੋਣਾ ਪੈਣਾ ਆ। ਉਹ ਤੁਹਾਡਾ ਈਮਾਨ ਸੱਚਾ ਹੋਣਾ ਚਾਹੀਦਾ ਹੈ, ਤੁਹਾਡਾ ਫੇਥ ਜਿਹੜਾ ਹੈ ਉਹ ਬੂਸਟ ਅਪ ਹੋਣਾ ਚਾਹੀਦਾ ਹੈ। ਕਿਉਂਕਿ ਜਦ ਤੱਕ ਨੂੰ ਸਾਡਾ ਈਮਾਨ, ਸਾਡਾ ਫੇਥ ਬੂਸਟ ਅਪ ਨਹੀਂ ਹੋਏਗਾ,
ਉਹ ਉਸ ਖਾਦਮ ਜਿਨੇ ਸਾਡੇ ਵਾਸਤੇ ਦੁਆ ਕੀਤੀ ਹੈ ਚੰਗਾਈ ਵਾਸਤੇ, ਤੇ ਸਾਡਾ ਜਿਹੜਾ ਜਿਹੜੀ ਪ੍ਰਾਰਥਨਾ ਆ, ਜਿਹੜੀ ਪ੍ਰੇਅਰ ਆ, ਜੋ ਤੁਸੀਂ ਸ਼ਿਫਾ ਨੂੰ ਚਾਹੁੰਦੇ ਹੋ, ਜਾਂ ਜੋ ਵੀ ਕੁਝ ਤੁਸੀਂ ਆਪਣੀ ਦੁਆਵਾਂ ਵਿੱਚ ਮੰਗਦੇ ਹੋ, ਉਹ ਸਾਡੀਆਂ ਪੂਰੀਆਂ ਨਹੀਂ ਹੋਣਗੀਆਂ। We have to come together, ਹਾਲੇਲੂਇਆ। ਸਾਨੂੰ ਉਹਨਾਂ ਦੇ ਫੇਥ ਦੇ ਨਾਲ ਆਪਣੇ ਫੇਥ ਨੂੰ ਜੋੜਨਾ ਪੈਣਾ, ਕਿਉਂਕਿ ਖੁਦਾ ਦਾ ਖਾਦਮ ਜਿਹੜਾ ਆ, ਜਿਹੜੀ ਖੁਦਾ ਦੀ ਖਾਦਮਾ ਆ, they are the anointed ones, they are the appointed ones, ਉਹਨਾਂ ਨੂੰ ਖੁਦਾ ਨੇ ਠਹਿਰਾਇਆ ਆ, ਕਿਉਂਕਿ ਉਹਨਾਂ ਦਾ ਜਿਹੜਾ ਫੇਥ ਆ, ਉਹਨਾਂ ਦਾ ਫੇਥ ਇੱਥੇ ਹੈ, ਉਹਨਾਂ ਦਾ ਫੇਥ ਉੱਚਾ ਆ, ਉਹਨਾਂ ਦਾ ਫੇਥ ਬੂਸਟ ਅਪ ਆ, ਹਾਲੇਲੂਇਆ। ਜਦ ਅਸੀਂ ਆਪਣੇ ਫੇਥ ਨੂੰ ਉਹਨਾਂ ਦੇ ਫੇਥ ਨਾਲ ਜੋੜਾਂਗੇ ਤੇ ਹਰ ਦੁਆ ਸਾਡੀ ਸੁਣੀ ਜਾਏਗੀ। ਸਾਨੂੰ ਅਸੀਂ ਹਰ ਚੰਗਾਈ ਨੂੰ ਹਾਸਲ ਕਰ ਸਕਾਂਗੇ, ਹਰ ਸ਼ਿਫਾ ਨੂੰ ਅਸੀਂ ਪਾ ਸਕਾਂਗੇ, ਹਾਲੇਲੂਇਆ। ਹਰ ਡਿਜ਼ੀਜ਼ ਤੋਂ, ਹਰ ਸਿਕਨੈਸ ਤੋਂ ਪ੍ਰਭੂ ਸਾਨੂੰ ਸ਼ਿਫਾ ਦੇਗਾ, ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਨੇ ਆਪਣਾ ਇਕਲੌਤਾ ਬੇਟਾ ਸਾਡੇ ਵਾਸਤੇ ਦਿੱਤਾ, ਜਦ ਉਹਨੇ ਸਾਡੇ ਵਾਸਤੇ ਜਾਨ ਦਿੱਤੀ ਉਸ ਸਲੀਬ ਦੇ ਉੱਤੇ, ਜਦ ਉਹਨੇ ਸਾਡੇ ਵਾਸਤੇ ਜਾਨ ਦਿੱਤੀ ਉਸ ਕ੍ਰਾਸ ਦੇ ਉੱਤੇ, ਹਾਲੇਲੂਇਆ। ਉਹਨੇ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ, ਉਹਨੇ ਸਾਡੀਆਂ ਡਿਜ਼ੀਜ਼ਸ ਨੂੰ ਚੁੱਕ ਲਿਆ, ਉਹਨੇ ਹਰ ਇੱਕ ਮੁਸ਼ਕਿਲ ਨੂੰ, ਹਰ ਇੱਕ ਸਿਚੁਏਸ਼ਨ ਨੂੰ ਚੁੱਕ ਲਿਆ, ਤਾਂ ਕਿ ਅਸੀਂ ਸ਼ਿਫਾ ਨੂੰ ਹਾਸਲ ਕਰ ਸਕੀਏ, ਅਸੀਂ ਉਸ ਸ਼ਿਫਾ ਨੂੰ ਪਾ ਸਕੀਏ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਜਿਨੇ ਆਪਣਾ ਇਕਲੌਤਾ ਬੇਟਾ ਸਾਡੇ ਵਾਸਤੇ ਦੇ ਦਿੱਤਾ, ਤਾਂ ਕਿ ਜੋ ਕੋਈ ਉਹਦੇ ਉੱਤੇ ਈਮਾਨ ਕਰੇ ਉਹ ਹਲਾਕ ਨਾ ਹੋਵੇ, ਨਾਸ਼ ਨਾ ਹੋਵੇ, ਪਰ ਸਦਾ ਦੀ ਜ਼ਿੰਦਗੀ ਪਾਵੇ। ਸਾਨੂੰ ਸਾਡੇ ਪਰਮੇਸ਼ਵਰ ਨੇ ਸਦਾ ਦੀ ਜ਼ਿੰਦਗੀ ਦਿੱਤੀ ਹੈ, ਹਾਲੇਲੂਇਆ। ਸੋ ਮੈਂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਔਰ ਉਹਦੇ ਨਾਮ ਨੂੰ ਉੱਚਾ ਕਰਦੀ ਹਾਂ। ਜਿੱਦਾਂ 12 ਬਰਸ ਤੋਂ ਜਦੋਂ ਉਸ ਔਰਤ ਨੂੰ ਬਲੱਡ ਇਸ਼ੂਜ਼ ਸੀਗੇ, ਜਦੋਂ ਉਸ ਔਰਤ ਨੂੰ ਖੂਨ ਵਹਿੰਦਾ ਸੀ, ਉਹਨੇ ਆਪਣੇ ਦਿਲ ਦੇ ਵਿੱਚ ਇੱਕ ਨੇਚਾ ਨੂੰ ਠਾਣ ਲਿਆ, ਇੱਕ ਫੇਥ ਨੂੰ ਉਹਨੇ ਬਣਾ ਲਿਆ ਕਿ ਮੈਂ ਜੇ ਇਹਦਾ ਪੱਲਾ ਹੀ ਛੂ ਲਵਾਂਗੀ, ਹਾਲੇਲੂਇਆ, ਤੇ ਮੈਂ ਸ਼ਿਫਾ ਨੂੰ ਹਾਸਿਲ ਕਰਾਂਗੀ, ਮੈਂ ਉਸ ਚੰਗਾਈ ਤੋਂ ਮੈਂ ਸ਼ਿਫਾ ਪਾਵਾਂਗੀ, ਮੈਂ ਉਸ ਬਿਮਾਰੀ ਤੋਂ ਸ਼ਿਫਾ ਪਾਵਾਂਗੀ। ਸੋ ਉਹਨੇ ਕੀ ਕੀਤਾ? ਉਹਨੇ ਪ੍ਰਭੂ ਯਿਸੂ ਮਸੀਹ ਦਾ ਪੱਲਾ ਜਿਹੜਾ ਸੀਗਾ ਉਹਨੂੰ ਜਾ ਕੇ ਛੋਇਆ। ਜਦੋਂ ਉਹਨੂੰ ਛੋਇਆ ਤੇ ਉਹ ਚੰਗੀ ਹੋ ਗਈ। ਸੋ ਪ੍ਰਭੂ ਯਿਸੂ ਮਸੀਹ ਨੇ ਕੀ ਆਪਣੇ ਸ਼ਾਗਿਰਦਾਂ ਨੂੰ ਕਿਹਾ? ਉਹਨਾਂ ਨੇ ਕਿਹਾ ਕਿ ਮੇਰੇ ਵਿੱਚੋਂ ਇੱਕ ਸ਼ਕਤੀ ਨਿਕਲੀ। ਜਦੋਂ ਉਹਦੇ ਸ਼ਾਗਿਰਦਾਂ ਨੇ ਕਿਹਾ ਕਿ ਭਈ ਇੱਥੇ ਤਾਂ ਕੋਈ ਨਹੀਂ, ਕਿੱਦਾਂ ਤੇਰੇ ਵਿੱਚੋਂ ਸ਼ਕਤੀ ਨਿਕਲੀ ਹੈ? ਕਿਉਂਕਿ ਉਹਨਾਂ ਨੇ ਫੀਲ ਕਰ ਲਿਆ ਸੀ, ਉਹਨਾਂ ਨੇ ਮਹਿਸੂਸ ਕੀਤਾ ਸੀ ਕਿ ਅੱਜ ਉਹਨਾਂ ਦੇ ਵਿੱਚੋਂ ਇੱਕ ਸ਼ਕਤੀ ਨਿਕਲੀ ਹੈ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਜਿਨ੍ਹਾਂ ਨੇ ਹਾਲੇਲੂਇਆ ਉਸ ਜਿਹੜੀ ਵੂਮਨ ਸੀਗੀ, ਜਿਹੜੀ ਔਰਤ ਸੀਗੀ, ਉਹਨੂੰ ਸ਼ਿਫਾ ਦਿੱਤੀ। ਖੁਦਾਵੰਦ ਨੇ ਕਿਹਾ ਕਿ ਜਾ, ਤੇਰੀ ਨਹਿਚਾ ਨੇ ਤੈਨੂੰ ਚੰਗਾ ਕੀਤਾ, ਹਾਲੇਲੂਇਆ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ। ਜਿਹੜਾ ਮੁਰਦਾ ਲਾਜ਼ਰਸ ਸੀਗਾ, ਪ੍ਰਭੂ ਯਿਸੂ ਮਸੀਹ ਨੇ ਉਹਨੂੰ ਉਸ ਜਿਹੜੀ ਜਿੱਥੇ ਉਹਦੀ ਲੋਥ ਪਈ ਸੀਗੀ ਉੱਥੋਂ ਉਹਨੂੰ ਬੁਲਾਇਆ, ਕਹਿੰਦਾ ਉੱਠ ਔਰ ਬਾਹਰ ਆ ਲਾਜ਼ਰਸ, ਤੇ ਉਹ ਬਾਹਰ ਆਇਆ, ਉਹਨੂੰ ਸ਼ਿਫਾ ਮਿਲੀ, ਹਾਲੇਲੂਇਆ। ਤੁਸੀਂ ਬਾਈਬਲ ਦੇ ਵਿੱਚ ਕਿੰਨੀਆਂ ਏਦਾਂ ਦੀਆਂ ਸਟੋਰੀਜ਼ ਨੇ, ਜਦੋਂ ਅਸੀਂ ਏਦਾਂ ਦੀਆਂ ਕਹਾਣੀਆਂ ਨੂੰ ਪੜ੍ਹਦੇ ਹਾਂ, ਬਾਈਬਲ ਨੂੰ ਪੜ੍ਹਦੇ ਹਾਂ, ਇਸ ਜ਼ਿੰਦਾ ਕਲਾਮ ਨੂੰ ਅਸੀਂ ਪੜ੍ਹਦੇ ਹਾਂ, ਤੇ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਪਰਮੇਸ਼ਵਰ ਕਿੰਨਾ ਵੱਡਾ ਹੈ, ਕਿੰਨਾ ਉੱਚਾ ਹੈ। ਉਹ ਯਹੋਵਾ ਰਾਫਾ ਆ, ਹੀ ਇਜ਼ ਆਵਰ ਹੀਲਰ, ਹਾਲੇਲੂਇਆ। ਉਹ ਸਾਨੂੰ ਚੰਗਾ ਕਰਨ ਵਾਲਾ ਪਰਮੇਸ਼ਵਰ ਆ, ਹਾਲੇਲੂਇਆ। ਜਿਹੜਾ ਲੂਲਾ ਸੀਗਾ, ਇਹਦੀ ਵੀ ਇੱਕ ਸਟੋਰੀ ਹੈ, ਜੋ ਉਹਨੂੰ ਆਪਣੀ ਸਿਕਨੈਸ ਤੋਂ ਉਹਨੇ ਸ਼ਿਫਾ ਪਾਈ, ਹਾਲੇਲੂਇਆ, ਉਹਨੇ ਚੰਗਾਈ ਪਾਈ, ਹਾਲੇਲੂਇਆ। ਸੋ ਸਾਡਾ ਖੁਦਾ ਕਿੰਨਾ ਮਹਾਨ ਹੈ, ਕਿੰਨਾ ਚੰਗਾ ਆ। ਹਿਸਕੀਆ, ਅਸੀਂ ਹਿਸਕੀਆ ਦਾ ਚੈਪਟਰ ਪੜਾਂਗੇ, ਆਇਜ਼ਾਇਆ ਦੀ ਕਿਤਾਬ, ਉਹਦਾ 38ਵਾਂ ਅਧਿਆਇ। ਪਾਸਟਰ ਸਮੀਨਾ, ਜੇ ਤੁਸੀਂ ਪੜ੍ਹ ਸਕਦੇ ਹੋ ਪਲੀਜ਼। ਆਇਜ਼ਾਇਆ, ਯਸ਼ਾਇਆ ਨਬੀ ਦੀ ਕਿਤਾਬ, ਉਹਦਾ 38ਵਾਂ ਅਧਿਆਇ, ਔਰ ਉਹਦੀ ਅਸੀਂ 1 ਤੋਂ ਲੈ ਕੇ 5 तक पढ़ांगे। यशायाह की किताब, उसका 38 चैप्टर और 1 से 5 तक पढ़ूंगी। उन्हीं दिनों में हज़िकिय्याह ऐसा बीमार पड़ा कि मरने के करीब हो गया, और यशायाह बिन आमोस के बेटे ने उसके पास आकर उससे कहा कि खुदावन यूं फरमाता है कि तू अपने घर का इंतजाम कर दे, क्योंकि तू मर जाएगा और बचने का नहीं। तब हज़िकिय्याह ने अपना मुंह दीवार की तरफ किया और खुदावन से दुआ की और कहा, ए खुदावन, मैं तेरी मिन्नत करता हूँ, याद फरमा कि मैं तेरे हुजूर सच्चाई और पूरे दिल से चलता रहा हूँ, और जो तेरी नजर में भला है वही किया है। और हज़िकिय्याह जार जार रोया। तब खुदावन का ये कलाम यशायाह पर नाजिल हुआ कि
कि जा और हिजकिय्याह से कह कि खुदावंद तेरे बाप दादा का खुदा यूं फरमाता है कि मैंने तेरी दुआ सुनी, मैंने तेरे आंसू देखे, सो देख मैं तेरी उम्र 15 बरस और बढ़ा दूंगा। पाकलाम का पढ़ा और सुना जाना हम सब के लिए बरकत का बायस हो। ਆਮੇਨ 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 ਥੈਂਕ ਯੂ ਸੋ ਮਚ ਪਾਸਟਰ ਸਮੀਨਾ। ਇਹਦੇ ਵਿੱਚ ਕੀ ਲਿਖਿਆ ਆ? ਹਿਜ਼ਕੀਆ ਜਿਹੜਾ ਬਿਮਾਰ ਸੀ, ਹਾਲੇਲੂਇਆ, ਪਰ ਯਸ਼ਾਇਆ ਨਬੀ ਦੇ ਥਰੂ, ਯਸ਼ਾਇਆ ਨਬੀ ਦੇ ਦੁਆਰਾ ਉਹਨੂੰ ਕਲਾਮ ਆਇਆ। ਪਰਮੇਸ਼ਵਰ ਨੇ, ਯਹੋਵਾ ਪਾਕ ਖੁਦਾ ਨੇ ਉਹਨੂੰ ਕਿਹਾ ਕਿ ਜਾ ਹਿਜ਼ਕੀਆ ਨੂੰ ਕਹਿ ਕਿ ਆਪਣੇ ਘਰਾਣੇ ਦੀ ਜ਼ਿੰਮੇਵਾਰੀ ਸੰਭਾਲ ਲੈ। ਜਦ ਕਿਹਾ ਕਿ ਆਪਣੇ ਘਰਾਣੇ ਦੀ ਜ਼ਿੰਮੇਵਾਰੀ ਸੰਭਾਲ ਲੈ ਕਿ ਤੂੰ ਮਰੇਗਾ, ਤੂੰ ਬਚੇਗਾ ਨਹੀਂ, ਆਪਣੇ ਘਰਾਣੇ ਨੂੰ ਸੰਭਾਲ ਲੈ। ਤੂੰ ਦੇਖ ਲੈ ਪਿੱਛੇ ਕਿਹਨੂੰ ਕਿਹਨੂੰ ਛੱਡਣਾ ਆ, ਕਿਹਨੂੰ ਕਿਹਨੂੰ ਜ਼ਿੰਮੇਵਾਰੀਆਂ ਦੇਣੀਆਂ। ਸੋ ਕੀ ਹੋਇਆ? ਹਾਲੇਲੂਇਆ, ਕੀ ਹੋਇਆ ਕਿ ਉਹਨੇ ਯਹੋਵਾ ਦੇ ਵੱਲ, ਹਾਲੇਲੂਇਆ, ਕੰਧ ਦੇ ਵੱਲ ਦੇਖ ਕੇ ਉਹਨੇ ਯਹੋਵਾ ਪਰਮੇਸ਼ਵਰ ਦੇ ਅੱਗੇ ਦੁਆ ਕੀਤੀ। ਜਦੋਂ ਉਹਨੇ ਦੁਆ ਕੀਤੀ, ਉਹ ਭੁੱਬਾ ਮਾਰ ਮਾਰ ਕੇ ਰੋਇਆ। ਉਹ ਪੂਰੇ ਦਿਲ ਦੇ ਨਾਲ ਉਹਨੇ ਦੁਆ ਕੀਤੀ ਔਰ ਉਹਨੇ ਕਿਹਾ ਕਿ ਹੇ ਪਰਮੇਸ਼ਵਰ, ਮੈਨੂੰ ਬਚਾ ਲੈ, ਮੈਂ ਪੂਰੇ ਦਿਲ ਦੇ ਨਾਲ ਤੇਰੀ ਸੇਵਾ ਕੀਤੀ ਹੈ। ਹਾਲੇਲੂਇਆ, ਪੂਰੀ ਵਫਾਦਾਰੀ ਦੇ ਨਾਲ ਮੈਂ ਤੈਨੂੰ ਤੇਰੀ ਸੇਵਾ ਕੀਤੀ ਹੈ, ਮੈਂ ਤੈਨੂੰ ਪੁਕਾਰਿਆ ਆ, ਅੱਜ ਮੈਨੂੰ ਜ਼ਿੰਦਗੀ ਦੇ, ਅੱਜ ਮੈਨੂੰ ਉਹ ਲਾਈਫ ਦੇ। ਤਾਂ ਫਿਰ ਕੀ ਹੋਇਆ? ਫਿਰ ਪਰਮੇਸ਼ਵਰ ਨੇ ਉਹਨੂੰ 15 ਵਰੇ, ਉਹਦੀ ਜਿਹੜੀ ਉਮਰ ਸੀ ਉਹ ਹੋਰ ਵੀ ਵਧਾ ਦਿੱਤੀ। ਹਾਲੇਲੂਇਆ। ਪਰ ਇੱਥੇ ਪਰਮੇਸ਼ਵਰ ਤੁਹਾਡੀ ਵਫਾਦਾਰੀ ਨੂੰ ਮੰਗਦਾ ਆ, ਇੱਥੇ ਪਰਮੇਸ਼ਵਰ ਤੁਹਾਡੀ ਫੇਥਫੁਲਨੈਸ ਨੂੰ ਮੰਗਦਾ ਆ, ਇੱਥੇ ਉਹ ਪੂਰੇ ਦਿਲ ਨੂੰ ਤੁਹਾਡੇ ਮੰਗਦਾ ਆ ਕਿ ਤੁਸੀਂ ਪੂਰੇ ਦਿਲ ਨਾਲ, ਪੂਰੀ ਵਫਾਦਾਰੀ ਦੇ ਨਾਲ, ਪੂਰੀ ਓਬੀਡੀਐਂਸ ਦੇ ਨਾਲ ਉਹਦੇ ਹਜ਼ੂਰ ਆਓ ਔਰ ਉਹਦੇ ਕੋਲੋਂ ਮੰਗੋ ਤੇ ਉਹ ਤੁਹਾਨੂੰ ਸਰਫਰਾਜ਼ ਕਰੇਗਾ, ਉਹ ਤੁਹਾਨੂੰ ਹਰ ਬਿਮਾਰੀ ਤੋਂ ਚੰਗਾ ਕਰੇਗਾ। ਹਾਲੇਲੂਇਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਜਦ ਮੈਂ ਇਸ ਚੈਪਟਰ ਨੂੰ ਪੜ੍ਹਿਆ, ਮੈਂ 3-4 ਵਾਰੀ ਇਸ ਚੈਪਟਰ ਨੂੰ ਪੜ੍ਹਿਆ ਔਰ ਪਰਮੇਸ਼ਵਰ ਨੇ ਮੈਨੂੰ ਇੱਕ ਰੈਵਲੇਸ਼ਨ ਦਿੱਤਾ। ਖੁਦਾਵੰਦ ਨੇ ਕਿਹਾ ਕਿ ਮੇਰੇ ਲੋਕਾਂ ਨੂੰ ਦੱਸ ਕਿ ਬੀ ਫੇਥਫੁਲ ਐਂਡ ਬੀ ਓਨੈਸਟ। ਹਾਲੇਲੂਇਆ। ਜਦੋਂ ਅਸੀਂ ਓਨੈਸਟ ਹੋਵਾਂਗੇ, ਜਦੋਂ ਅਸੀਂ ਟਰੂਥਫੁਲ ਹੋਵਾਂਗੇ ਉਸ ਪਰਮੇਸ਼ਵਰ ਦੇ ਨਾਲ, ਉਸ ਪਰਮੇਸ਼ਵਰ ਦੇ ਲੋਕਾਂ ਦੇ ਨਾਲ, ਤਾਂ ਖੁਦਾਵੰਦ ਸਾਡੀ ਸੁਣੇਗਾ। ਏਦਾਂ ਨਹੀਂ ਕਿ ਕਿਉਂਕਿ ਖੁਦਾਵੰਦ ਸਾਡਾ ਮਹਾਨ ਆ, ਉਹ ਹਰ ਕੰਮ ਨੂੰ ਕਰਨ ਦੀ ਸ਼ਕਤੀ ਤੇ ਸਾਮਰਥ ਰੱਖਦਾ ਹੈ। ਸਾਮਰਥੀ ਪਰਮੇਸ਼ਵਰ ਆ। ਅਸੀਂ ਉਸ ਖੁਦਾ ਦੀ ਉਪਾਸਨਾ ਕਰਦੇ ਆ ਜਿਹੜਾ ਜ਼ਿੰਦਾ ਆ। ਅਸੀਂ ਮੁਰਦਿਆਂ ਦੀ ਉਪਾਸਨਾ ਨਹੀਂ ਕਰਦੇ, ਕਿਉਂਕਿ ਉਹ ਤਾਂ ਬੋਲਦੇ ਵੀ ਨਹੀਂ, ਉਹ ਤਾਂ ਕੁਝ ਕਹਿੰਦੇ ਵੀ ਨਹੀਂ। ਅਸੀਂ ਉਸ ਪਰਮੇਸ਼ਵਰ ਦੀ ਉਪਾਸਨਾ ਕਰਦੇ ਆ ਜਿਹੜਾ ਜ਼ਿੰਦਾ ਆ, ਜਿਨਨੇ ਹਾਲੇਲੂਇਆ ਜ਼ਮੀਨ ਨੂੰ ਔਰ ਅਸਮਾਨ ਨੂੰ ਬਣਾਇਆ ਔਰ ਜ਼ਮੀਨ ਦੇ ਉੱਤੇ ਜਿੰਨੀ ਵੀ ਉਹਨੇ ਕ੍ਰੀਏਸ਼ਨ ਠਹਿਰਾਈ। ਹਾਲੇਲੂਇਆ। ਇੰਨੀ ਪਿਆਰੀ ਕ੍ਰੀਏਸ਼ਨ ਉਹਨੇ ਜ਼ਮੀਨ ਦੇ ਉੱਤੇ ਠਹਿਰਾਈ। ਉਹਨੇ ਸਭ ਕੁਝ ਬਣਾਇਆ ਹੈ, ਉਹਨੇ ਮੈਨੂੰ ਤੇ ਤੁਹਾਨੂੰ ਬਣਾਇਆ ਹੈ, ਉਹਨੇ ਹਰ ਚੀਜ਼ ਨੂੰ ਉਹਨੇ ਖੜਾ ਕੀਤਾ ਹੈ। ਕਿਹਦੇ ਵਾਸਤੇ? ਤਾਂ ਕਿ ਅਸੀਂ ਹਰ ਇੱਕ ਪ੍ਰੋਵੀਜ਼ਨ ਨੂੰ ਲੈ ਸਕੀਏ, ਹਰ ਇੱਕ ਸਪਲੀਕੇਸ਼ਨਸ ਨੂੰ ਲੈ ਸਕੀਏ। ਸੋ ਸਾਡਾ ਜ਼ਿੰਮੇਵਾਰੀ ਹੈ ਪਰਮੇਸ਼ਵਰ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਵਿੱਚ, ਹਾਲੇਲੂਇਆ, ਕਿ ਅਸੀਂ ਉਹਦੇ ਵਿੱਚ ਫੇਥਫੁਲ ਹੋਈਏ, ਅਸੀਂ ਉਹਦੇ ਵਿੱਚ ਵਫਾਦਾਰ ਹੋਈਏ, ਪੂਰੇ ਦਿਲ ਦੇ ਨਾਲ, ਪੂਰੀ ਜਾਨ ਦੇ ਨਾਲ, ਪੂਰੀ ਸਟਰੈਂਥ ਦੇ ਨਾਲ, ਪੂਰੀ ਤਾਕਤ ਦੇ ਨਾਲ ਔਰ ਪੂਰੇ ਮਾਈਂਡ ਦੇ ਨਾਲ ਅਸੀਂ ਉਹਦੀ ਉਪਾਸਨਾ ਕਰੀਏ ਤੇ ਉਹ ਸਾਡੀ ਸੁਣੇਗਾ। ਹਾਲੇਲੂਇਆ। ਕਿਸੇ ਵੀ ਤਕਲੀਫ ਚੋਂ, ਕਿਸੇ ਵੀ ਸਿਚੁਏਸ਼ਨ ਚੋਂ ਅਸੀਂ ਕਿਉਂ ਨਾ ਹੋਈਏ, ਪਰ ਸਾਡਾ ਪਰਮੇਸ਼ਵਰ ਉਹ ਜ਼ਿੰਦਾ ਪਰਮੇਸ਼ਵਰ ਆ, ਉਹ ਸਾਡੀ ਸੁਣਦਾ ਆ। ਉਹਦੇ ਕੰਨ ਭਾਰੀ ਨਹੀਂ ਜੋ ਨਾ ਸੁਣ ਸਕੇ, ਉਹਦੇ ਹੱਥ ਛੋਟੇ ਨਹੀਂ ਜੋ ਨਾ ਬਚਾ ਸਕੇ। ਉਹ ਸਾਨੂੰ ਗਹਿਰੇ ਸਮੁੰਦਰ ਵਿੱਚੋਂ ਵੀ ਕੱਢ ਕੇ ਲੈ ਕੇ ਆ ਸਕਦਾ ਹੈ। ਇੰਨਾ ਵੱਡਾ ਖੁਦਾ ਹੈ, ਇੰਨਾ ਮਹਾਨ ਖੁਦਾ ਹੈ। ਤਾਂ ਕਿਉਂ ਨਾ ਅਸੀਂ ਉਸ ਖੁਦਾ ਦੀ ਉਪਾਸਨਾ ਕਰੀਏ, ਕਿਉਂ ਨਾ ਅਸੀਂ ਉਸ ਖੁਦਾ ਨੂੰ ਪੁਕਾਰੀਏ, ਕਿਉਂ ਨਾ ਅਸੀਂ ਉਹਦੇ ਨਾਮ ਨੂੰ ਉੱਚਾ ਕਰੀਏ, ਕਿਉਂਕਿ ਇਹੀ ਸਾਡਾ ਪਰਪਸ ਆ, ਇਹੀ ਸਾਡੀ ਅਸਾਈਨਮੈਂਟ ਆ। ਜਦੋਂ ਤੱਕ ਅਸੀਂ ਇਸ ਧਰਤੀ ਦੇ ਉੱਤੇ ਹੈਗੇ ਆ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਦੇ ਨਾਮ ਨੂੰ ਉੱਚਾ ਕਰ ਸਕੀਏ ਔਰ ਉਹਦੇ ਨਾਮ ਦੀ ਮਨਾਦੀ ਕਰ ਸਕੀਏ। ਖੁਸ਼ਖਬਰੀ ਦਾ ਪ੍ਰਚਾਰ ਕਰੋ, ਜਿੱਥੇ ਜਿੱਥੇ ਤੁਹਾਨੂੰ ਚਾਂਸ ਮਿਲਦਾ ਹੈ, ਓਪਰਚੁਨਿਟੀ ਮਿਲਦੀ ਹੈ, ਖੁਦਾਵੰਦ ਦੇ ਨਾਮ ਨੂੰ ਦੱਸੋ, ਉਹਦੇ ਨਾਮ ਦੀ ਮਨਾਦੀ ਕਰੋ। ਤਾਂ ਜੋ ਕੁਝ ਤੁਸੀਂ ਉਸ ਖੁਦਾਵੰਦ ਤੋਂ ਮੰਗੋਗੇ ਤੇ ਉਹ ਤੁਹਾਨੂੰ ਜ਼ਰੂਰ ਦੇਗਾ। ਹਾਲੇਲੂਇਆ। ਹਰ ਇੱਕ ਚੰਗਾਈ ਨੂੰ ਤੁਹਾਡੇ ਉੱਤੇ ਰਿਲੀਜ਼ ਕਰੇਗਾ, ਹਰ ਇੱਕ ਸ਼ਿਫਾ ਨੂੰ ਤੁਹਾਡੇ ਉੱਤੇ ਰਿਲੀਜ਼ ਕਰੇਗਾ। ਮੇਰਾ ਖੁਦਾਵੰਦ ਏਦਾਂ ਦਾ ਖੁਦਾਵੰਦ ਆ, ਉਹ ਜ਼ਿੰਦਾ ਪਰਮੇਸ਼ਵਰ ਆ। ਹਾਲੇਲੂਇਆ। ਵਗਦੇ ਸਾਗਰ, ਬਲਦੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਆ। ਹਾਲੇਲੂਇਆ। ਭਾਵੇਂ ਅਸੀਂ ਕਿਸੇ ਵੀ ਅੱਗ ਦੇ ਵਿੱਚ ਕਿਉਂ ਨਾ ਹੋਈਏ, ਕਿਸੇ ਵੀ ਗਹਿਰੇ ਸਮੁੰਦਰ ਵਿੱਚ ਕਿਉਂ ਨਾ ਹੋਈਏ, ਪਰ ਸਾਡਾ ਪਰਮੇਸ਼ਵਰ ਤਾਕਤ ਰੱਖਦਾ ਆ ਕਿ ਅਸੀਂ ਉਹਦੇ ਵਿੱਚੋਂ ਨਿਕਲ ਜਾਈਏ, ਅਸੀਂ ਉਹਨਾਂ ਹਾਲਾਤਾਂ ਵਿੱਚੋਂ ਨਿਕਲ ਕੇ ਔਰ ਫਤਹ ਪਾਈਏ, ਓਵਰਕਮ ਦੈਟ ਸਿਚੁਏਸ਼ਨ,
we can overcome that disease, we can overcome that sickness, चाहे वो job related होवे, चाहे वो कोई बीमारी होवे, चाहे वो कोई भी तकलीफ होवे, किसी भी situation ਦੇ ਵਿੱਚੋਂ ਤੁਸੀਂ ਗੁਜ਼ਰ ਰਹੇ ਹੋ, ਪਰ ਸਾਡਾ ਪਰਮੇਸ਼ਵਰ ਉਹ ਹਰ ਕੰਮ ਨੂੰ ਕਰਨ ਦੀ ਤਾਕਤ ਰੱਖਦਾ ਆ, because he is a powerful God, he is our healer, because he is Jehovah Rapha, hallelujah, ਉਹ ਸਾਡਾ healer ਆ, ਉਹ ਸਾਡਾ ਸ਼ਾਫੀ ਹੈ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਉਹਦੇ ਨਾਮ ਨੂੰ ਉੱਚਾ ਕਰਦੀ ਹਾਂ। ਮੀਕਾ ਦੀ ਕਿਤਾਬ ਉਹਦਾ 7ਵਾਂ ਅਧਿਆਇ ਉਹਦੀ 7ਵੀਂ ਆਇਤ ਚ ਲਿਖਿਆ ਆ, ਪਰ ਮੈਂ ਯਹੋਵਾ ਨੂੰ ਤੱਕਾਂਗਾ, ਪਰ ਮੈਂ ਯਹੋਵਾ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ਵਰ ਮੇਰੀ ਸੁਨੇਗਾ। ਜਦ ਅਸੀਂ ਉਹਨੂੰ ਤੱਕਦੇ ਆ, ਜਦ ਅਸੀਂ ਉਹਦੀ ਉਡੀਕ ਚ ਰਹਿੰਦੇ ਆ ਤੇ ਉਹ ਸਾਡੀ ਸੁਣਦਾ ਆ। ਜਦ ਅਸੀਂ ਕਹਿੰਦੇ ਆ ਕਿ ਪਰਮੇਸ਼ਵਰ ਛੇਤੀ ਹੋ ਜਾਵੇ, ਛੇਤੀ ਹੋ ਜਾਵੇ, ਪਰ ਪਰਮੇਸ਼ਵਰ ਦਾ ਇੱਕ ਟਾਈਮ ਆ, ਉਹਦਾ ਇੱਕ ਘੜੀ ਹੈ ਜਿਹੜੀ ਉਹਨੇ ਠਹਿਰਾਈ ਹੈ ਸਾਡੇ ਵਾਸਤੇ। ਜੇ ਤੁਸੀਂ ਇੰਨੇ ਚਿਰ ਤੋਂ ਦੁਆਵਾਂ ਕਰ ਰਹੇ ਹੋ, ਪਰ ਤੁਸੀਂ ਦੁਆਵਾਂ ਨੂੰ ਕੰਟੀਨਿਊਸ ਰੱਖੋ। ਮੈਂ ਤੁਹਾਨੂੰ ਐਨਕਰੇਜ ਕਰਾਂਗੀ, ਦੁਆਵਾਂ ਜਿਹੜੀਆਂ ਆ ਪਰਮੇਸ਼ਵਰ ਦੇ ਹਜ਼ੂਰ ਜ਼ਰੂਰ ਪਹੁੰਚਦੀਆਂ, ਕਿਉਂਕਿ ਉਹ ਸੁਣਨ ਵਾਲਾ ਪਰਮੇਸ਼ਵਰ ਆ, ਕਿਉਂਕਿ ਉਹ ਜ਼ਿੰਦਾ ਪਰਮੇਸ਼ਵਰ ਆ, ਉਹ ਹਰ ਚੀਜ਼ ਨੂੰ ਸੁਣਦਾ ਆ। ਜੋ ਕੁਝ ਤੁਸੀਂ ਉਹਦੇ ਅੱਗੇ ਰੱਖਦੇ ਹੋ, ਜੋ ਕੁਝ ਤੁਸੀਂ ਉਹਦੇ ਅੱਗੇ ਮੰਗਦੇ ਹੋ, ਉਹ ਸਾਡੀਆਂ ਹਰ ਦੁਆਵਾਂ ਨੂੰ ਸੁਣਦਾ ਔਰ ਸੁਣ ਕੇ ਪੂਰਾ ਕਰਦਾ ਆ। ਹਾਲੇਲੂਇਆ। ਜਦ ਤੱਕ ਅਸੀਂ ਉਹਨੂੰ ਤੱਕੀ ਜਾਵਾਂਗੇ, ਜਦ ਤੱਕ ਅਸੀਂ ਉਹਦੇ ਵੱਲ ਦੇਖੀ ਜਾਵਾਂਗੇ, ਜਦ ਤੱਕ ਅਸੀਂ ਉਹਦੀ ਉਡੀਕ ਕਰਾਂਗੇ ਤੇ ਉਹ ਸਾਡੀ ਜ਼ਰੂਰ ਸੁਣੇਗਾ। ਕਿਉਂਕਿ ਸਾਡੇ Isaiah 40:31 ਚ ਲਿਖਿਆ ਹੈ, but those who wait on the Lord shall renew their strength, they shall mount up with wings like eagles, they shall run and not be weary, they shall walk and not faint। ਹਾਲੇਲੂਇਆ। ਜੇ ਅਸੀਂ ਖੁਦਾ ਬਾਪ ਦੀ ਵੇਟ ਕਰਾਂਗੇ, ਉਹਦੀ ਸਬਰ ਦੇ ਵਿੱਚ ਰਵਾਂਗੇ ਤੇ ਉਹ ਸਾਨੂੰ ਉਹ ਤਾਕਤ ਦੇਗਾ, ਉਹ ਬਲ ਦੇਗਾ, ਉਹ ਸ਼ਕਤੀ ਦੇਗਾ। ਹਾਲੇਲੂਇਆ। ਤੇ ਅਸੀਂ ਦੌੜਾਂਗੇ। ਹਾਲੇਲੂਇਆ। ਅਸੀਂ ਥੱਕਾਂਗੇ ਨਹੀਂ, ਅਸੀਂ ਦੌੜਾਂਗੇ। ਹਾਲੇਲੂਇਆ, ਹਾਲੇਲੂਇਆ। ਸੋ ਉਹ ਖੁਦਾਵੰਦ ਆ ਜਿਹਦੀ ਅਸੀਂ ਉਪਾਸਨਾ ਕਰਦੇ ਆ। ਸਾਡਾ ਪਰਮੇਸ਼ਵਰ ਉਹ ਆ ਜਿਹਦੀ ਅਸੀਂ ਸਤਾਇਸ਼ ਕਰਦੇ ਆ, ਹਮਦੋ ਸਨਾ ਕਰਦੇ ਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਆ। ਹਾਲੇਲੂਇਆ। ਜਦੋਂ ਅਸੀਂ ਛੋਟੀਆਂ ਮਿਸਟੇਕਸ, ਕਦੀ ਅਸੀਂ ਛੋਟੀਆਂ ਗਲਤੀਆਂ ਕਰ ਦਿੰਦੇ ਆ, ਔਰ ਫਿਰ ਅਸੀਂ ਕਹਿੰਦੇ ਆ ਕਿ ਖੁਦਾਵੰਦ ਤਾਂ ਸਾਡੀ ਸੁਣਦਾ ਹੀ ਨਹੀਂ, ਖੁਦਾਵੰਦ ਤਾਂ ਸਾਡੀ ਦੁਆ ਹੀ ਨਹੀਂ ਸੁਣਦਾ, ਉੱਥੇ ਤੱਕ ਤਾਂ ਸਾਡੀਆਂ ਦੁਆਵਾਂ ਪਹੁੰਚਦੀਆਂ ਹੀ ਨਹੀਂ। ਪਰ ਅਸੀਂ ਰਿਅਲਾਈਜ਼ ਨਹੀਂ ਕਰਦੇ ਉਸ ਚੀਜ਼ ਨੂੰ ਕਿ ਅਸੀਂ ਕੀ ਕਰ ਰਹੇ ਹਾਂ। ਅਸੀਂ ਖੁਦਾਵੰਦ ਨੂੰ ਦੋਸ਼ ਦੇਣ ਲੱਗ ਜਾਂਦੇ ਆ, ਅਸੀਂ ਉਹਨੂੰ ਬਲੇਮ ਦੇਣ ਲੱਗ ਜਾਂਦੇ ਆ। ਪਰ ਖੁਦਾਵੰਦ ਹਮੇਸ਼ਾ ਉਹ ਕੰਮ ਕਰ ਰਿਹਾ ਹੁੰਦਾ ਆ, ਉਹ ਸਾਡੇ ਵਾਸਤੇ ਕੰਮ ਕਰ ਰਿਹਾ ਹੁੰਦਾ ਹੈ। He is always at work, he is always at work, ਕਿਉਂਕਿ ਉਹ ਸ਼ਾਫੀ ਹੈ। Jesus Christ is our mediator, ਯਿਸੂ ਮਸੀਹ ਸਾਡਾ ਮੀਡੀਏਟਰ ਆ। ਉਹ ਖੁਦਾਵੰਦ ਦੇ ਅੱਗੇ ਜਾ ਕੇ ਸ਼ਿਫਾਇਤ ਕਰ ਰਿਹਾ ਹੁੰਦਾ ਹੈ ਕਿ ਇਸ ਬੇਟੀ ਨੂੰ, ਇਸ ਬੇਟੇ ਨੂੰ ਜੋ ਦੁਆ ਕਰ ਰਹੇ ਨੇ, ਇਹਨਾਂ ਨੂੰ ਚੰਗਾਈ ਦੋ, ਜੋ ਚੀਜ਼ ਹੈ ਮੰਗ ਰਹੇ ਨੇ, ਇਹਨਾਂ ਨੂੰ ਦੇ ਖੁਦਾਵੰਦ, ਇਹਨਾਂ ਨੂੰ ਦੇ, ਕਿਉਂਕਿ ਇਹਨਾਂ ਨੇ ਸਾਡੇ ਵਾਸਤੇ, ਸਾਡੇ ਪ੍ਰਭੂ ਯਿਸੂ ਮਸੀਹ ਨੇ ਆਲਰੇਡੀ ਪ੍ਰਾਈਸ ਨੂੰ ਪੇ ਕਰ ਚੁੱਕੇ ਹੈ। ਆਲਰੇਡੀ ਉਹ ਸਲੀਬ ਤੇ ਜਾ ਕੇ ਸਾਡੇ ਵਾਸਤੇ ਉਹ ਪ੍ਰਾਈਸ ਪੇ ਕਰ ਚੁੱਕੇ, ਕੀਮਤ ਅਦਾ ਹੋ ਚੁੱਕੀ ਹੈ। ਸੋ ਉਹ ਸਾਡੇ ਵਾਸਤੇ ਜਾ ਕੇ, ਬਿਕੋਜ਼ ਹੀ ਇਜ਼ ਦ ਮੀਡੀਏਟਰ, ਉਹ ਮੀਡੀਏਟਰ ਨੇ। ਹਾਲੇਲੂਇਆ। ਯਿਸੂ ਮਸੀਹ ਮੀਡੀਏਟਰ ਨੇ। ਜਦੋਂ ਉਹ ਜਾ ਕੇ ਖੁਦਾਵੰਦ ਦੇ ਅੱਗੇ, ਪਿਤਾ ਪਰਮੇਸ਼ਵਰ ਦੇ ਅੱਗੇ ਦੁਆ ਕਰਦੇ ਨੇ ਸਾਡੇ ਬਿਹਾਫ, ਤੇ ਸਾਡਾ ਖੁਦਾ ਸਾਡੀ ਸੁਣਦਾ ਆ। ਹਾਲੇਲੂਇਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਆ, ਉਹਦੀ ਤਾਰੀਫ ਕਰਦੀ ਆ। ਔਰ ਮੈਂ ਤੁਹਾਨੂੰ ਛੋਟੀ ਜਿਹੀ ਟੈਸਟਮਨੀ ਆਪਣੀ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਦੋਂ ਮੈਂ ਬਿਮਾਰ ਸੀਗੀ, ਮੈਨੂੰ ਕੋਵਿਡ ਹੋ ਗਿਆ ਸੀ, ਮੇਰੇ ਬੱਚਿਆਂ ਨੂੰ ਕੋਵਿਡ ਹੋ ਗਿਆ ਸੀ, ਔਰ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਆ ਕਿ ਖੁਦਾਵੰਦ ਨੇ ਮੈਨੂੰ ਅੱਜ ਇੱਥੇ ਖੜਾ ਕੀਤਾ ਆ, ਮੈਨੂੰ ਸ਼ਿਫਾ ਦਿੱਤੀ ਹੈ, ਮੈਨੂੰ ਚੰਗਾਈ ਦਿੱਤੀ ਹੈ, ਮੈਨੂੰ ਉਸ ਖੁਦਾ ਤੋਂ ਚੰਗਾਈ ਮਿਲੀ। ਮੈਂ ਮੈਂ ਇੱਥੇ ਆਪਣੇ ਸੋਫੇ ਤੇ ਬੈਠੀ ਮੈਂ ਇਹੀ ਕਹਿੰਦੀ ਸੀ, ਜੀਸਸ ਥੈਂਕ ਯੂ, ਜੀਸਸ ਥੈਂਕ ਯੂ, ਜੀਸਸ। ਮੇਰੇ ਕੋਲ ਨਾ ਦੁਆ ਹੁੰਦੀ ਸੀ, ਨਾ ਮੇਰੇ ਕੋਲ ਬਾਈਬਲ ਪੜ੍ਹ ਹੋ ਰਹੀ ਸੀ, ਕਿਉਂਕਿ ਇਹੀ ਸ਼ੈਤਾਨ ਦਾ ਇੱਕ ਕਹਿਣਾ ਚਾਹੀਦਾ, ਇਹੀ ਉਹਦਾ ਹਥਿਆਰ ਆ, ਉਹ ਵੈਪਨ ਸਾਡੇ ਉੱਤੇ ਸੁੱਟਦਾ ਆ ਤਾਂ ਕਿ ਅਸੀਂ ਖੁਦਾ ਦੇ ਕਲਾਮ ਤੋਂ ਅਸੀਂ ਦੂਰ ਹੋ ਜਾਈਏ, ਅਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਈਏ। ਹਾਲੇਲੂਇਆ। ਸੋ ਮੈਂ ਉਸ ਟਾਈਮ ਦੇ ਉੱਤੇ ਇੰਨੀ ਬਿਮਾਰ ਹੋ ਗਈ ਸੀ ਕਿ ਮੈਨੂੰ ਪਰਮੇਸ਼ਵਰ ਨੇ, ਜਿੰਨੇ ਮੇਰੇ ਭੈਣ ਭਰਾ ਇੱਥੇ ਅੱਜ ਜੁੜੇ ਨੇ, ਜਿੰਨੇ ਮੇਰੇ ਭੈਣ ਭਰਾ ਇੱਥੇ ਅੱਜ ਹੈਗੇ ਨੇ, ਸਭ ਨੇ ਮੇਰੇ ਵਾਸਤੇ ਦੁਆ ਕੀਤੀ ਸੀ। ਔਰ ਮੈਂ ਪਾਸਟਰ ਕੈਮਰਨ ਨੂੰ, ਪਾਸਟਰ ਸ਼ਗੁਫਤਾ,
Pastor Samina, Pastor Haroon, ਇਹਨਾਂ ਨੇ ਸਾਰਿਆਂ ਨੇ ਮਿਲ ਕੇ, you know, every day they were just praying for me. They were just praying for me. ਇੰਨੀ ਇਹਨਾਂ ਨੇ ਮੇਰੇ you know, ਇੰਨਾ ਇਹਨਾਂ ਨੇ ਮੈਨੂੰ you know, ਮੈਨੂੰ ਪ੍ਰਾਰਥਨਾ ਦੇ ਵਿੱਚ ਮੈਨੂੰ ਯਾਦ ਰੱਖਿਆ, ਔਰ ਫਿਜ਼ੀਕਲੀ ਤੌਰ ਤੇ ਮੈਨੂੰ ਖਾਣਾ ਵੀ ਦਿੰਦੇ ਰਹੇ ਨੇ। you know, ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਕਿ ਖੁਦਾਵੰਦ ਨੇ ਸਾਨੂੰ ਏਦਾਂ ਦੇ ਖਾਦਮ ਦਿੱਤੇ ਨੇ। ਸੋ ਮੈਂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਸੋ ਅੱਜ ਪਰਮੇਸ਼ਵਰ ਨੇ ਮੈਨੂੰ ਸ਼ਿਫਾ ਦਿੱਤੀ ਹੈ, ਭਾਵੇਂ ਜਿੱਦਾਂ ਦੀ ਵੀ ਸਿਚੁਏਸ਼ਨ ਸੀਗੀ ਉਸ ਟਾਈਮ ਦੇ ਉੱਤੇ, ਪਰ ਮੈਂ ਆਪਣੇ ਪਰਮੇਸ਼ਵਰ ਦਾ ਨਾਮ ਜਿਹੜਾ ਸੀਗਾ ਲੈਂਦੀ ਰਹੀ, ਔਰ ਮੈਂ ਉਹਦਾ ਧੰਨਵਾਦ ਕਰਦੀ ਰਹੀ ਕਿ ਮੈਂ ਕਿਹਾ ਖੁਦਾਵੰਦ ਤੁਹਾਡਾ ਧੰਨਵਾਦ ਹੋਵੇ, ਤੁਹਾਡਾ ਮੈਂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੇਰੇ ਪਰਮੇਸ਼ਵਰ ਹੋ। ਮੈਂ ਤੁਹਾਡਾ ਥੈਂਕ ਯੂ ਕਰਦੀ ਹਾਂ ਜਿਸ ਵੀ ਸਿਚੁਏਸ਼ਨ 'ਚ ਤੁਸੀਂ ਹੈਗੇ ਹੋ। ਯੂ نو, ਜਸਟ ਥੈਂਕ ਗॉड, ਤੁਸੀਂ ਉਹਦਾ ਸ਼ੁਕਰ ਕਰੋ, ਉਹਦਾ ਧੰਨਵਾਦ ਕਰੋ। ਹਾਲੇਲੂਇਆ। ਔਰ ਮੈਂ ਇੱਥੇ ਬੈਠੀ ਇਹੀ ਵਰਸ ਪੜ੍ਹਦੀ ਰਹਿੰਦੀ ਸੀ, but he was wounded for our transgressions, he was bruised for our iniquities, the chastisement for our peace was upon him, and by his stripes we are healed. Hallelujah. Isaiah, यशाया नबी दी किताब जे तुसी देखना चाहते हो, मैं ਤੁਹਾਨੂੰ रेफरेंस दे देनी है, तुसी लिख सकते हो। 53 verse 5 पास्टर कैमरन ने बहुत बारी डिक्लेयर किया इस प्लेटफॉर्म पे, you know, and you know, I speak, I declare this verse every day on me, every day on me. So मैं खुदावंद दा शुक्र करदी हां, खुदावंद दे नाम ਨੂੰ इज्जत ते जलाल देनी है। हालेलुया। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ you know, ਜੋ ਜ਼ਿੰਦਗੀ ਖੁਦਾਵੰਦ ਨੇ ਸਾਨੂੰ ਦਿੱਤੀ ਹੈ, ਇਹਦੇ ਵਿੱਚ ਸਾਨੂੰ ਬੈਲੈਂਸ ਸਾਡਾ ਹੋਣਾ ਚਾਹੀਦਾ ਹੈ। ਵਰਸ਼ਿਪ ਦੇ ਵਿੱਚ, ਪ੍ਰੇਅਰ ਦੇ ਵਿੱਚ, ਵਰਡ ਆਫ ਗॉड ਦੇ ਵਿੱਚ, ਹਰ ਚੀਜ਼ ਦੇ ਵਿੱਚ ਸਾਨੂੰ ਬੈਲੈਂਸ ਹੋਣਾ ਚਾਹੀਦਾ। ਜੇ ਅਸੀਂ you know, ਵਰਸ਼ਿਪ ਹੀ ਕਰਦੇ ਰਹਿੰਦੇ ਆ, ਅਸੀਂ ਪ੍ਰੇ ਨਹੀਂ ਕਰਦੇ, ਅਸੀਂ ਖੁਦਾਵੰਦ ਦੇ ਕਲਾਮ ਨੂੰ ਨਹੀਂ ਸਿੱਖਦੇ, ਖੁਦਾਵੰਦ ਦੇ ਕਲਾਮ ਨੂੰ ਨਹੀਂ ਪੜ੍ਹਦੇ, ਤੁਸੀਂ ਏਦਾਂ ਇਹ ਵੀ ਠੀਕ ਨਹੀਂ ਹੈ। ਤੁਹਾਨੂੰ ਹਰ ਚੀਜ਼ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬੈਲੈਂਸ ਦੀ ਲੋੜ ਹੈਗੀ ਹੈ। ਜਦੋਂ ਅਸੀਂ ਬੈਲੈਂਸ ਆਪਣਾ ਬਣਾਵਾਂਗੇ ਖੁਦਾਵੰਦ ਦੇ ਨਾਲ, ਜਦੋਂ ਅਸੀਂ ਹਰ ਚੀਜ਼ ਦੇ ਵਿੱਚ you know, ਹਰ ਚੀਜ਼ ਨੂੰ ਅਸੀਂ ਅਕੋਰਡਿੰਗਲੀ you know, ਰੱਖਾਂਗੇ, ਤੇ ਅਸੀਂ ਹਰ ਚੀਜ਼ ਦੇ ਉੱਤੇ ਫਤਹ ਪਾਵਾਂਗੇ, ਅਸੀਂ ਹਰ ਚੀਜ਼ ਦੇ ਉੱਤੇ ਵਿਕਟਰੀ ਪਾਵਾਂਗੇ। ਹਾਲੇਲੂਇਆ। ਅਸੀਂ every day we grow with the help of the Holy Spirit. every day, ਹਰ ਰੋਜ਼ ਅਸੀਂ you know, ਖੁਦਾਵੰਦ ਦੇ ਪਾਕ ਰੂਹ ਦੇ ਨਾਲ ਅਸੀਂ ਗਰੋ ਹੋ ਰਹੇ ਹਾਂ, ਪਾਕ ਰੂਹ ਦੇ ਨਾਲ ਅਸੀਂ ਵੱਧ ਰਹੇ ਹਾਂ, ਹੋਲੀ ਸਪਿਰਿਟ ਦੇ ਨਾਲ ਅਸੀਂ ਮਸਾ ਕੀਤੇ ਗਏ ਹਾਂ। ਹਾਲੇਲੂਇਆ। ਅਸੀਂ ਇੱਕ ਦੂਸਰੇ ਤੋਂ ਸਿੱਖਦੇ ਹਾਂ। but if we think that we know everything, ਜੇ ਅਸੀਂ ਸੋਚੀਏ ਕਿ ਸਾਨੂੰ ਸਭ ਕੁਝ ਪਤਾ ਹੈ, ਅਸੀਂ ਸਭ ਕੁਝ ਜਾਣਦੇ ਹਾਂ, ਮੇਰੇ ਨਾਲੋਂ ਚੰਗਾ ਤਾਂ ਕੋਈ ਨਹੀਂ, you know, ਮੈਂ ਤਾਂ ਇਹ ਵੀ ਕਰ ਸਕਦਾ ਹਾਂ, ਮੈਂ ਤਾਂ ਇਹ ਵੀ ਕਰ ਸਕਦੀ ਹਾਂ, ਮੈਂ ਤਾਂ ਦੁਆ ਅੱਛੀ ਕਰ ਸਕਦੀ ਹਾਂ, ਮੈਂ ਤਾਂ ਵਚਨ ਨੂੰ ਅੱਛੇ ਤਰੀਕੇ ਨਾਲ ਸੁਣਾ ਸਕਦੀ ਹਾਂ, ਮੈਂ ਤਾਂ ਵਰਸ਼ਿਪ ਅੱਛੀ ਕਰ ਸਕਦੀ ਹਾਂ। that is proud. ਹਾਲੇਲੂਇਆ। that is proud. ਜੇ ਤੁਹਾਡੇ ਅੰਦਰ ਪ੍ਰਾਊਡ ਆ ਗਿਆ, ਜੇ ਤੁਹਾਡੇ ਅੰਦਰ ਘਮੰਡ ਆ ਗਿਆ, ਤੇ ਫਿਰ ਉੱਥੇ ਜਿਹੜੀਆਂ ਦੁਆਵਾਂ, ਜੋ ਕੁਝ ਤੁਸੀਂ ਖੁਦਾਵੰਦ ਦੇ ਅੱਗੇ ਮੰਗ ਰਹੇ ਹੋ, ਉਹ ਤੁਹਾਡਾ ਕਦੇ ਵੀ ਨਹੀਂ ਸੁਣੇਗਾ। ਤੁਹਾਡੀਆਂ ਦੁਆਵਾਂ ਕਦੇ ਵੀ ਨਹੀਂ ਉੱਥੇ ਤੱਕ ਪਹੁੰਚਣਗੀਆਂ। ਇਸ ਕਰਕੇ ਆਪਣੇ ਆਪ ਨੂੰ ਹੰਬਲ ਕਰੋ। you know, we need to humble ourselves, we need to humble ourselves. ਹਾਲੇਲੂਇਆ। you know, ਜੋ ਸਾਡੇ ਲੀਡਰਸ ਆ, ਖਾਦਮ ਆ, ਸਾਨੂੰ ਅਸੀਂ ਉਹਨਾਂ ਦੇ ਅੰਡਰ ਰਹਿਣਾ ਆ, ਅਸੀਂ ਉਹਨਾਂ ਤੋਂ ਉੱਪਰ ਨਹੀਂ ਜਾ ਸਕਦੇ, because they are our senior pastors, they are our senior leaders. ਹਾਲੇਲੂਇਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਔਰ ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣੀ ਆ। ਸਾਮ 121 ਸੌਰੀ ਉਹ ਪੜ੍ਹ ਲਿਆ ਆ ਅਸੀਂ। ਸਾਮ 29ਵਾਂ ਅਧਿਆਇ ਤੇ ਉਹਦੀ 11ਵੀਂ ਆਇਤ ਅਸੀਂ ਪੜਾਂਗੇ। ਸਾਮ 29 ਉਹਦੀ 11ਵੀਂ ਆਇਤ ਵਿੱਚ ਏਦਾਂ ਲਿਖਿਆ ਆ, ਯਹੋਵਾ ਆਪਣੀ ਪ੍ਰਜਾ ਨੂੰ ਬਲ ਦੇਵੇਗਾ, ਯਹੋਵਾ ਆਪਣੀ ਪ੍ਰਜਾ ਨੂੰ ਸ਼ਾਂਤੀ ਦੀ ਬਰਕਤ ਬਖਸ਼ੇਗਾ। ਹਾਲੇਲੂਇਆ। ਉਹ ਆਪਣੀ ਪ੍ਰਜਾ ਨੂੰ ਬਲ ਦਿੰਦਾ ਹੈ, ਉਹ ਉਹਨਾਂ ਨੂੰ ਸ਼ਾਂਤੀ ਦੀ ਬਰਕਤ ਨੂੰ ਬਖਸ਼ਦਾ ਆ। ਹਾਲੇਲੂਇਆ। ਸਾਡਾ ਪਰਮੇਸ਼ਵਰ ਕਿੰਨਾ ਮਹਾਨ ਆ। ਅਸੀਂ ਉਹਨੂੰ, ਆਪਣੇ ਪਰਮੇਸ਼ਵਰ ਨੂੰ ਸਾਰੀ ਮਹਿਮਾ, ਵਡਿਆਈ ਤੇ ਆਦਰ ਦਿੰਦੇ ਆ। ਹਾਲੇਲੂਇਆ। ਕਹੌਤਾਂ ਦੀ ਕਿਤਾਬ ਉਹਦੇ ਵਿੱਚ ਲਿਖਿਆ ਹੈ, ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਚੁਕਾ ਦਿੰਦੀ ਹੈ। ਜੇ ਤੁਸੀਂ ਚਿੰਤਾ ਕਰੋਗੇ, ਜੇ ਤੁਸੀਂ you know, anxious ਹੋਵੋਗੇ ਕਿਸੇ ਚੀਜ਼ ਬਾਰੇ, ਕਿਸੇ ਵੀ ਸਿਚੁਏਸ਼ਨ ਬਾਰੇ, ਤੇ ਉਹ ਕੀ ਹੈ, ਉਹ ਸਾਡੇ ਦਿਲ ਨੂੰ ਚੁਕਾ ਦੇਗੀ। ਹਾਲੇਲੂਇਆ। ਅਸੀਂ ਝੁਕ ਜਾਵਾਂਗੇ। ਹਾਲੇਲੂਇਆ। ਅਸੀਂ ਇਹਨਾਂ ਬਿਮਾਰੀਆਂ ਦੇ ਥੱਲੇ ਦਬ ਜਾਵਾਂਗੇ, ਕਿਉਂਕਿ anxiousness is a disease, anxiety, depression, that's a disease. disease ਹਰ ਤਰ੍ਹਾਂ ਦਾ ਹੈਗਾ, different diseases ਨੇ, and anxiousness is a disease, it's also a disease. So ਮੈਂ ਤੁਹਾਡੇ ਅੱਗੇ you know, ਬੇਨਤੀ ਕਰਦੀ ਹਾਂ ਕਿ ਆਪਣੇ ਦਿਲਾਂ ਨੂੰ ਮਜ਼ਬੂਤ ਰੱਖੋ, ਆਪਣੇ ਦਿਲਾਂ ਨੂੰ ਤਕੜੇ ਰੱਖੋ, ਤਾਂ ਕਿ ਅਸੀਂ ਹਾਲੇਲੂਇਆ
ਉਸ ਪਾਕ ਖੁਦਾ ਦੇ ਅਸੀਂ ਬੇਟੇ ਤੇ ਬੇਟੀਆਂ ਆ ਜਿਨੇ ਸਾਨੂੰ ਚੁਣ ਲਿਆ। ਅਸੀਂ ਉਹਦੀ ਚੁਣੀ ਹੋਈ ਪ੍ਰਜਾ ਹਾਂ, ਅਸੀਂ ਉਹਦੀ ਪਵਿੱਤਰ ਕੌਮ ਹਾਂ। ਸੋ ਉਸ ਖੁਦਾ ਦੇ ਅਸੀਂ ਲੋਕ ਹਾਂ, ਤੇ ਅਸੀਂ ਕਿਉਂ ਨਾ ਉਸ ਖੁਦਾ ਦੀ ਇਬਾਦਤ ਕਰੀਏ ਪੂਰੇ ਦਿਲ ਨਾਲ, ਪੂਰੇ ਮਾਈਂਡ ਨਾਲ, ਪੂਰੀ ਸੋਚ ਨਾਲ, ਪੂਰੀ ਥਿੰਕਿੰਗ ਦੇ ਨਾਲ। ਹਾਲੇਲੂਇਆ। ਆਪਣੇ ਆਪ ਦੀਆਂ ਸੋਚਾਂ ਨੂੰ ਤੁਸੀਂ ਕੱਢ ਸੁੱਟੋ, ਕਿਉਂਕਿ ਜਦ ਅਸੀਂ ਆਪਣੇ ਆਪ ਸੋਚਣ ਲੱਗ ਜਾਂਦੇ ਆ ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਏਦਾਂ ਦੇ ਤੂਫਾਨ ਖੜੇ ਹੋ ਜਾਂਦੇ ਨੇ। ਫਿਰ ਅਸੀਂ ਨਹੀਂ ਸਮਝ ਸਕਦੇ ਕਿ ਇਹ ਕੀ ਹੋ ਰਿਹਾ ਹੈ, ਪਰ ਅਸੀਂ ਆਪਣੇ ਵਾਸਤੇ ਏਦਾਂ ਦੀ ਸਿਚੁਏਸ਼ਨਸ ਨੂੰ ਆਪ ਹੀ ਖੜਾ ਕੀਤਾ ਹੁੰਦਾ, ਆਪ ਹੀ ਬਣਾਇਆ ਹੁੰਦਾ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਆ ਜਿਨੇ ਮੈਨੂੰ ਸ਼ਿਫਾ ਦਿੱਤੀ ਹੈ। ਉਸ ਟਾਈਮ ਦੇ ਉੱਤੇ ਅਸੀਂ ਇੰਨੇ ਡਿਫਿਕਲਟ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਸੀਗੇ, ਇੰਨੀ ਹਾਰਡ ਟਾਈਮਿੰਗ ਸੀਗੀਆਂ, ਪਰ ਪਰਮੇਸ਼ਵਰ ਨੇ ਮੈਨੂੰ ਉਹਦੇ ਵਿੱਚੋਂ ਸ਼ਿਫਾ ਦੇ ਕੇ ਮੈਨੂੰ ਵਿਕਟਰੀ ਦਿੱਤੀ ਹੈ। ਆਈ ਐਮ ਵਿਕਟੋਰੀਅਸ, ਆਈ ਐਮ ਵਿਕਟੋਰੀਅਸ। ਹਾਲੇਲੂਇਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਆ। 125 ਜ਼ਬੂਰ ਉਹਦੀ ਪਹਿਲੀ ਆਇਤ ਦੇ ਵਿੱਚ ਲਿਖਿਆ ਆ, 125 ਜ਼ਬੂਰ ਔਰ ਪਹਿਲੀ ਆਇਤ ਜੇ ਕੋਈ ਪੜ੍ਹ ਦੇਵੇ। 125 ਉਹਦੀ ਪਹਿਲੀ ਆयत। जो खुदावंद पर तवक्कल करते हैं वो कोई सून की मानद है जो अटल बल्कि हमेशा कायम है। आमीन आमीन आमीन। थैंक यू सो मच। ਜਿਹੜੇ ਯਹੋਵਾ ਉੱਤੇ ਭਰੋਸਾ ਰੱਖਦੇ ਨੇ, ਹਾਲੇਲੂਇਆ। ਸਾਡਾ ਭਰੋਸਾ ਸਾਡੇ ਯਹੋਵਾ ਤੇ ਹੋਣਾ ਚਾਹੀਦਾ ਹੈ। ਹਾਲੇਲੂਇਆ। ਮੈਂ ਬਾਰ-ਬਾਰ ਇਹ ਕਹਿ ਰਹੀ ਹਾਂ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਬੈਠ ਜਾਵੇ ਕਿ ਅਸੀਂ ਸਿਰਫ ਤੇ ਸਿਰਫ ਆਪਣੇ ਯਹੋਵਾ ਦੇ ਉੱਤੇ ਭਰੋਸਾ ਰੱਖਣਾ ਹੈ, ਸਿਰਫ ਤੇ ਸਿਰਫ ਉਹਨੂੰ ਹੀ ਪੁਕਾਰਨਾ ਹੈ, ਕਿਉਂਕਿ ਉਹੀ ਹੈ ਜਿਹੜਾ ਸਾਨੂੰ ਹਰ ਚੀਜ਼ ਦੇ ਵਿੱਚ ਸਾਨੂੰ ਵਿਕਟਰੀ ਦਿੰਦਾ ਹੈ। ਸੋ ਯਹੋਵਾ ਉੱਤੇ, ਜਿਹੜੇ ਯਹੋਵਾ ਉੱਤੇ ਭਰੋਸਾ ਰੱਖਦੇ ਨੇ ਉਹ ਸਿਯੋਨ ਦੇ ਪਹਾੜ ਵਰਗੇ ਹੋਣਗੇ। ਹਾਲੇਲੂਇਆ। ਜੋ ਨਹੀਂ ਡੋਲਦਾ ਸਗੋਂ ਸਦਾ ਲਈ ਅਟਲ ਰਹਿੰਦਾ ਹੈ। ਜਿਹੜਾ ਨਹੀਂ ਡੋਲਦਾ ਉਹ ਸਦਾ ਲਈ ਅਟਲ ਰਹਿੰਦਾ ਹੈ। ਅਸੀਂ ਡੋਲਣਾ ਨਹੀਂ, ਭਾਵੇਂ ਜਿੱਦਾਂ ਦੀ ਵੀ ਸਿਚੁਏਸ਼ਨ ਆ ਜਾਵੇ, ਜਿੱਦਾਂ ਦੇ ਵੀ ਕੌਨਸੀਕੁਐਂਸਿਸ ਖੜੇ ਹੋ ਜਾਣ, ਪਰ ਅਸੀਂ ਡੋਲਣਾ ਨਹੀਂ। ਮੈਂ ਸਿੱਖਿਆ ਆ, ਮੈਂ ਇਸ ਬਿਮਾਰੀ ਤੋਂ, ਇਸ ਇਲਨੈਸ ਤੋਂ ਇਹ ਸਿੱਖਿਆ ਆ। ਬਹੁਤ ਪਹਾੜ ਟੁੱਟੇ, ਬਹੁਤ ਕੁਝ ਹੋਇਆ, ਬੜੀਆਂ ਸਿਚੁਏਸ਼ਨਸ ਏਦਾਂ ਦੀਆਂ ਬਣ ਗਈਆਂ। ਮੈਨੂੰ ਖੁਦਾਵੰਦ ਨੇ ਬਹੁਤ ਚੀਜ਼ਾਂ ਤੋਂ ਕੱਢਿਆ ਔਰ ਮੈਂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ, ਉਸ ਪਰਮੇਸ਼ਵਰ ਦੀ ਵਡਿਆਈ ਕਰਦੀ ਹਾਂ ਔਰ ਉਹਦੇ ਨਾਮ ਨੂੰ ਉੱਚਾ ਕਰਦੀ ਹਾਂ। ਹਾਲੇਲੂਇਆ। ਸੋ ਅਸੀਂ ਬੁੱਕ ਆਫ ਜੌਨ ਉਹਦਾ 14ਵਾਂ ਅਧਿਆਇ ਔਰ ਉਹਦੀ 27 ਆਇਤ ਦੇ ਵਿੱਚ ਲਿਖਿਆ ਆ, let my perfect peace calm you in every circumstances and gives you courage and strength for every challenge. Hallelujah. ਖੁਦਾਵੰਦ ਦਾ ਜਿਹੜਾ ਪਰਫੈਕਟ ਪੀਸ ਆ, ਜਿਹੜੀ ਉਹਦੀ ਪਰਫੈਕਟ ਸ਼ਾਂਤੀ ਹੈ, ਹਾਲੇਲੂਇਆ, ਉਹ ਸਾਨੂੰ ਹਰ ਇੱਕ ਸਿਚੁਏਸ਼ਨ ਦੇ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਆ, ਜੋ ਕੁਝ ਵੀ ਹੋ ਜਾਵੇ, ਪਹਾੜ ਟੁੱਟ ਜਾਣ, ਜਿੱਦਾਂ ਦੀ ਵੀ ਸਿਚੁਏਸ਼ਨ ਆ ਜਾਵੇ, ਪਰ ਅਸੀਂ ਆਪਣੇ ਪਰਮੇਸ਼ਵਰ ਨੂੰ ਭੁੱਲਣਾ ਨਹੀਂ ਹੈ, ਉਹਦੇ ਵਿੱਚ ਅਟਲ ਰਹਿਣਾ ਆ, ਉਹਦੇ ਵਿੱਚ ਅਸੀਂ ਸ਼ਾਦਮਾਨ ਰਹਿਣਾ ਆ, ਉਹਦੇ ਵਿੱਚ ਅਸੀਂ ਪੂਰਾ ਪੱਕਾ ਭਰੋਸਾ ਆਪਣਾ ਰੱਖਣਾ ਆ, ਕਿਉਂਕਿ ਹਰ ਇੱਕ ਸਿਚੁਏਸ਼ਨ ਦੇ ਵਿੱਚ ਉਹ ਸਾਨੂੰ ਉਹ ਤਸੱਲੀ ਦਿੰਦਾ ਹੈ, ਸਾਨੂੰ ਉਹ ਪਰਫੈਕਟ ਪੀਸ ਦਿੰਦਾ ਆ। ਹਾਲੇਲੂਇਆ। ਉਸ ਟਾਈਮ ਦੇ ਉੱਤੇ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਕੁਝ ਵੀ ਨਹੀਂ ਹੋ ਰਿਹਾ, ਕੁਝ ਵੀ ਨਹੀਂ ਹੋ ਰਿਹਾ, ਖੁਦਾਵੰਦ ਮੇਰੀ ਨਹੀਂ ਸੁਣ ਰਹੇ, ਖੁਦਾਵੰਦ ਮੇਰੀ ਨਹੀਂ ਸੁਣ ਰਹੇ, ਪਰ ਉਹਦੇ ਕੰਨ ਜਿਹੜੇ ਨੇ ਉਹ ਹਮੇਸ਼ਾ ਤੁਹਾਡੀ ਦੁਆਵਾਂ ਵੱਲ ਲੱਗੇ ਹੁੰਦੇ ਨੇ, ਉਹਦੇ ਕੰਨ ਹਮੇਸ਼ਾ ਤੁਹਾਡੀਆਂ ਦੁਆਵਾਂ ਵੱਲ ਲੱਗੇ ਹੁੰਦੇ ਨੇ ਕਿ ਉਹ ਸਾਨੂੰ ਸ਼ਿਫਾ ਦੇਵੇ। ਹਾਲੇਲੂਇਆ। ਮੇਰੇ ਵਾਸਤੇ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਕ ਟਾਈਮ ਤੇ ਆ ਕੇ ਮੈਂ ਵੀ ਕਹਿ ਰਹੀ ਸੀਗੀ, ਖੁਦਾਵੰਦ ਕਿੱਥੇ ਹੋ ਤੁਸੀਂ? ਮੈਂ ਪੁਕਾਰ ਰਹੀ ਸੀ ਉਸ ਪਰਮੇਸ਼ਵਰ ਨੂੰ, ਮੈਂ ਕਹਿ ਰਹੀ ਸੀ, where are you father god, heal me। ਐਂਡ ਖੁਦਾਵੰਦ ਨੇ ਮੈਨੂੰ ਹੀਲ ਕੀਤਾ, ਉਹਨੇ ਮੈਨੂੰ ਹੀਲ ਕੀਤਾ, ਉਹਨੇ ਮੈਨੂੰ ਸ਼ਿਫਾ ਦਿੱਤੀ ਔਰ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਉਸ ਖੁਦਾਵੰਦ ਦੀ ਤਾਰੀਫ ਕਰਦੀ ਹਾਂ ਜਿਨੇ ਮੈਨੂੰ ਅੱਜ ਇੱਥੇ ਖੜਾ ਕੀਤਾ ਹੈ, ਜਿਨੇ ਮੈਨੂੰ ਅੱਜ ਸ਼ਿਫਾ ਦਿੱਤੀ, ਮੈਨੂੰ ਚੰਗਾਈ ਦਿੱਤੀ, ਬਿਕੋਜ਼ ਹੀ ਇਜ਼ ਮਾਈ ਹੀਲਰ, he is my healer। ਹਾਲੇਲੂਇਆ। ਸੋ ਮੈਂ ਉਸ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ। ਗਲਾਤੀਆਂ ਦੀ ਕਿਤਾਬ ਉਹਦਾ 5ਵਾਂ ਅਧਿਆਇ ਔਰ ਉਹਦੀ ਪਹਿਲੀ ਆਇਤ ਵਿੱਚ ਲਿਖਿਆ ਆ, ਗਲਾਤੀਆਂ ਦੀ ਕਿਤਾਬ 5ਵਾਂ ਅਧਿਆਇ ਔਰ ਉਹਦੀ ਪਹਿਲੀ ਆਇਤ, ਪਾਸਟਰ ਸਮੀਨਾ ਜੇ ਤੁਸੀਂ ਪੜ੍ਹ ਦਿਓ ਪਲੀਜ਼।
बुक ऑफ गलेशियंस, गलीतियों की किताब, उसका 5 बाब और पहली आयत। मसीह ने हमें आजाद रहने के लिए आजाद किया है, बस कायम रहो और दोबारा गुलामी के जुए में ना जुटो। ਹਾਲੇਲੂਇਆ ਹਾਲੇਲੂਇਆ ਥੈਂਕ ਯੂ ਸੋ ਮਚ। ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ। ਹਾਲੇਲੂਇਆ ਉਹਨੇ ਸਾਡੇ ਵਾਸਤੇ ਆਲਰੇਡੀ ਕੀਮਤ ਚੁਕਾ ਦਿੱਤੀ ਹੈ ਤਾਂ ਕਿ ਅਸੀਂ ਛੁਡਾਏ ਜਾਈਏ, ਅਸੀਂ ਚੰਗਾਈ ਨੂੰ ਹਾਸਲ ਕਰੀਏ, ਅਸੀਂ ਬਿਮਾਰੀਆਂ ਤੋਂ ਸ਼ਿਫਾ ਪਾਈਏ। ਉਹਨੇ ਸਾਡੇ ਵਾਸਤੇ ਆਲਰੇਡੀ ਜਾਨ ਦੇ ਦਿੱਤੀ ਹੈ ਸਲੀਬ ਤੇ। ਸੋ ਸਾਨੂੰ ਉਹਨੇ ਆਜ਼ਾਦ ਕੀਤਾ ਹੈ। ਅਸੀਂ ਗੁਲਾਮੀ ਦੇ ਅੰਦਰ ਨਹੀਂ ਆ, ਅਸੀਂ ਹੁਣ ਆਜ਼ਾਦ ਆ। ਅਸੀਂ ਇਸ ਟਾਈਮ ਦੇ ਉੱਤੇ ਗ੍ਰੇਸ ਦੇ ਅੰਡਰ ਆ, ਕਿਰਪਾ ਦੇ ਥੱਲੇ ਅਸੀਂ ਜੀ ਰਹੇ ਹਾਂ। ਹਾਲੇਲੂਇਆ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਸਾਨੂੰ ਉਹਨੇ ਬਚਾਇਆ ਹੈ ਤਾਂ ਕਿ ਸਾਨੂੰ ਨਜਾਤ ਦਿੱਤੀ ਹੈ ਤਾਂ ਕਿ ਅਸੀਂ ਬਚਾਏ ਜਾਈਏ, ਅਸੀਂ ਛੁਡਾਏ ਜਾਈਏ, ਸਾਨੂੰ ਆਜ਼ਾਦੀ ਮਿਲੇ। ਹਾਲੇਲੂਇਆ ਅਸੀਂ ਬੌਂਡੇਜ ਦੇ ਅੰਦਰ ਨਹੀਂ ਆ, ਅਸੀਂ ਹੁਣ ਕਿਰਪਾ ਦੇ ਅੰਦਰ ਆ, ਅਸੀਂ ਗ੍ਰੇਸ ਦੇ ਅੰਡਰ ਆ। ਹਾਲੇਲੂਇਆ ਉਹਦੇ ਵਿੱਚ ਅਸੀਂ ਦ੍ਰਿੜ ਰਹਿਣਾ ਆ, ਅਸੀਂ ਟਿਕੇ ਰਹਿਣਾ ਆ। We have to stand fast therefore in the liberty by which Christ has made us free, ਕਿਉਂਕਿ ਉਹਨੇ ਸਾਡੇ ਵਾਸਤੇ ਕੀਮਤ ਚੁਕਾ ਦਿੱਤੀ ਹੈ। ਹਾਲੇਲੂਇਆ ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ। ਫਿਰ ਅਸੀਂ ਮੁੜ ਕੇ ਉਸ ਗੁਲਾਮੀ ਦੇ ਜੂਲੇ ਦੇ ਹੇਠ ਨਾ ਜਾਈਏ, ਫਿਰ ਅਸੀਂ ਮੁੜ ਕੇ ਉਸ ਉਸ ਬੌਂਡੇਜ ਦੇ ਹੇਠ ਨਾ ਜਾਈਏ। ਹਾਲੇਲੂਇਆ ਆਪਣੇ ਆਪ ਨੂੰ ਉਸ ਬੌਂਡੇਜ ਦੇ, ਉਸ ਗੁਲਾਮੀ ਦੇ ਹੇਠ ਨਾ ਜਾਣ ਦਿਓ, ਕਿਉਂਕਿ ਅਸੀਂ ਆਜ਼ਾਦ ਹੋ ਚੁੱਕੇ ਹਾਂ। ਸਾਡੇ ਮਸੀਹ ਨੇ ਸਾਡੇ ਵਾਸਤੇ ਖੂਨ ਦੇ ਦਿੱਤਾ ਆ, ਆਪਣੀ ਜਾਨ ਦੇ ਦਿੱਤੀ, ਸਾਡੇ ਵਾਸਤੇ ਲਹੂ ਬਹਾਇਆ। ਹਾਲੇਲੂਇਆ ਸੋ ਅਸੀਂ ਆਜ਼ਾਦ ਹੋ ਚੁੱਕੇ ਹਾਂ। ਯੂ ਹੈਵ ਟੂ ਸਟੈਂਡ ਫਾਸਟ, ਯੂ ਹੈਵ ਟੂ ਸਟੈਂਡ ਫਰਮ। ਹਾਲੇਲੂਇਆ ਕਿਉਂਕਿ ਅਸੀਂ ਆਜ਼ਾਦ ਹੋ ਚੁੱਕੇ ਹਾਂ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ। ਹਾਲੇਲੂਇਆ ਜਿਹੜੀ ਸ਼ਰ੍ਹਾ ਆ ਉਹਨੇ ਸਾਨੂੰ ਫਰੀडम ਨਹੀਂ ਦਿੱਤੀ ਹੈ। ਓਲਡ ਟੈਸਟਮੈਂਟ ਇਜ਼ ਲਾਈਕ ਅ ਮਿਰਰ, ਉਹ ਇੱਕ ਸ਼ੀਸ਼ਾ ਆ। ਅਸੀਂ ਓਲਡ ਟੈਸਟਮੈਂਟ ਨੂੰ ਪੜ੍ਹਦੇ ਹਾਂ, ਅਸੀਂ ਨਿਊ ਟੈਸਟਮੈਂਟ ਨੂੰ ਪੜ੍ਹਦੇ ਹਾਂ। ਓਲਡ ਟੈਸਟਮੈਂਟ ਸਾਡੇ ਵਾਸਤੇ ਇੱਕ ਸ਼ੀਸ਼ਾ ਆ। ਹਾਲੇਲੂਇਆ Lord didn't give you the freedom, ਜਿਹੜੀ ਸ਼ਰ੍ਹਾ ਆ, ਜਿਹੜਾ ਓਲਡ ਟੈਸਟਮੈਂਟ ਆ, ਉਹਨੇ ਸਾਨੂੰ ਆਜ਼ਾਦੀ ਨਹੀਂ ਦਿੱਤੀ। ਆਜ਼ਾਦੀ ਸਾਨੂੰ ਕਿੱਥੋਂ ਮਿਲੀ ਹੈ? You received this freedom through the precious blood of Jesus Christ. ਹਾਲੇਲੂਇਆ ਸਾਨੂੰ ਫਰੀडम ਮਿਲੀ ਹੈ, ਆਜ਼ਾਦੀ ਮਿਲੀ ਹੈ ਉਹਦੇ ਖੂਨ ਬਹਾਨ ਦੇ ਨਾਲ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਉਹਦੀ ਤਾਰੀਫ ਕਰਦੀ ਹਾਂ। ਹਾਲੇਲੂਇਆ ਔਰ ਉਹਦੇ ਨਾਮ ਨੂੰ ਉੱਚਾ ਕਰਦੀ ਹਾਂ। ਖੁਦਾਵੰਦ ਦਾ ਸ਼ੁਕਰ ਹੋਵੇ, ਖੁਦਾਵੰਦ ਦੀ ਤਾਰੀਫ ਹੋਵੇ। ਬੁੱਕ ਆਫ ਐਕਟਸ, ਅਮਾਲ ਦੀ ਕਿਤਾਬ, ਉਹਦਾ 19ਵਾਂ ਅਧਿਆਇ ਔਰ ਉਹਦੀ 11ਵੀਂ ਆਇਤ ਚ ਲਿਖਿਆ ਆ, ਪਰਮੇਸ਼ਵਰ ਪੌਲੁਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਦਿਖਾਲਦਾ ਸੀ। ਇੱਥੋਂ ਤੱਕ ਜੋ ਉਹ ਰੁਮਾਲ ਔਰ ਪਟਕੇ ਉਹਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਸਨ ਔਰ ਦੁਸ਼ਟ ਆਤਮੇ ਨਿਕਲ ਜਾਂਦੇ ਸਨ। ਕਿੰਨਾ ਪਿਆਰਾ, ਕਿੰਨਾ ਸੋਹਣਾ ਵਚਨ ਆ ਕਿ ਜਦੋਂ ਪੌਲਸ ਰਸੂਲ ਦੇ ਉੱਤੋਂ ਰੁਮਾਲ ਔਰ ਪਟਕੇ ਉਹਦੇ ਸਰੀਰ ਤੇ ਲਾ ਕੇ ਛੂ ਕੇ ਤੇ ਉਹ ਰੋਗੀਆਂ ਦੇ ਉੱਤੇ ਲਾਉਂਦੇ ਸੀਗੇ ਤਾਂ ਕਿ ਰੋਗੀ ਸ਼ਿਫਾ ਪਾ ਜਾਣ, ਤਾਂ ਕਿ ਰੋਗੀਆਂ ਨੂੰ ਚੰਗਾਈ ਮਿਲ ਜਾਵੇ। ਹਾਲੇਲੂਇਆ ਉਹਨਾਂ ਤੋਂ ਦੁਸ਼ਟ ਆਤਮੇ ਨਿਕਲ ਜਾਣ। ਸੋ ਕਿੰਨਾ ਅੱਛਾ ਤੇ ਕਿੰਨਾ ਮਹਾਨ ਹੈ ਸਾਡਾ ਪਰਮੇਸ਼ਵਰ। ਅਪੋਸਟਲ ਪੌਲ, ਮੈਂ ਜਦੋਂ ਉਹਨਾਂ ਦੀਆਂ ਲੈਟਰਸ ਨੂੰ ਪੜ੍ਹਦੀ ਹਾਂ, ਉਹਨਾਂ ਦੇ ਖੱਤ ਨੂੰ ਪੜ੍ਹਦੀ ਹਾਂ ਤੇ ਮੈਨੂੰ ਬਹੁਤ ਇੰਸਪੀਰੇਸ਼ਨ ਮਿਲਦਾ ਹੈ, ਮੋਟੀਵੇਸ਼ਨ ਮਿਲਦਾ ਹੈ। ਹਾਲੇਲੂਇਆ ਬਿਕਾਜ਼ ਹੀ ਵਾਸ ਦ ਚੋਜ਼ਨ ਵਨ। ਪਹਿਲਾਂ ਉਹ ਕਿੱਦਾਂ ਖੂਨੀ ਸੀ, ਮਰਡਰਰ ਸੀ, ਲੋਕਾਂ ਦੇ ਖੂਨ ਕਰਦਾ ਸੀ, ਲੋਕਾਂ ਨੂੰ ਕਿੰਨਾ ਕੁਝ ਉਹਨੇ ਕਿੰਨਾ ਸਤਾਇਆ, ਪਰਸੀਕਿਊਟ ਕੀਤਾ। ਪਰ ਜਦੋਂ ਖੁਦਾਵੰਦ ਨੇ ਉਹਨੂੰ ਚੁਣਿਆ ਤੇ ਖੁਦਾਵੰਦ ਦੇ ਨਾਮ ਦੀ ਉਹਨੇ ਮਨਾਦੀ ਕੀਤੀ। ਹਾਲੇਲੂਇਆ ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਕਿ ਉਹਨੇ ਇਵੈਂਜਲਾਈਜ਼ ਕੀਤਾ। ਹਾਲੇਲੂਇਆ ਕਿ ਅੱਜ ਇੱਥੇ ਇਵੈਂਜਲਿਸਟਸ ਨੇ, ਅੱਜ ਇੱਥੇ ਅਪੋਸਟਲਸ ਨੇ, ਪਾਸਟਰਸ ਨੇ। ਅਸੀਂ ਖੁਦਾਵੰਦ ਦੇ ਨਾਮ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਅਸੀਂ ਉਹਨਾਂ ਰੂਹਾਂ ਨੂੰ ਬਚਾ ਸਕੀਏ ਜਿਹੜੀਆਂ ਅੱਜ ਅੰਧੇਰੇ ਦੇ ਵਿੱਚ ਨੇ, ਜਿਹੜੀਆਂ ਅੱਜ ਡਾਰਕਨੈਸ ਦੇ ਵਿੱਚ ਨੇ, ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਮੁਰਦਾ ਫਿਰਦੇ ਨੇ। ਹਾਲੇਲੂਇਆ ਸਾਨੂੰ ਉਹਨਾਂ ਨੂੰ ਬਚਾਉਣਾ ਹੈ, ਸਾਨੂੰ ਉਹਨਾਂ ਨੂੰ ਉੱਥੋਂ ਕੱਢਣਾ ਆ, ਉਸ ਹਨੇਰੇ ਚੋਂ ਕੱਢਣਾ ਆ ਤੇ ਲਾਈਟ ਦੇ ਵਿੱਚ ਲੈ ਕੇ ਆਉਣਾ, ਉਸ ਰੋਸ਼ਨੀ ਦੇ ਵਿੱਚ ਲੈ ਕੇ ਆਉਣਾ। ਇਹ ਰੋਸ਼ਨੀ ਕੀ ਹੈ? ਪ੍ਰਭੂ ਯਿਸੂ ਮਸੀਹ। ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਬਾਰੇ ਉਹਨਾਂ ਨੂੰ ਦੱਸਣਾ ਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ। ਅਸੀਂ ਰੈਵਲੇਸ਼ਨ ਦੀ ਬੁੱਕ, ਉਹਦਾ 21ਵਾਂ ਅਧਿਆਇ ਔਰ ਉਹਦੀ 4ਥੀ ਆਇਤ ਨੂੰ ਦੇਖਾਂਗੇ। He will wipe every tear from their eyes. There will be no more death or mourning or crying or pain, for the old order of things has passed away. Hallelujah. ਤੇ ਉੱਥੇ ਨਾ ਰੋਣਾ ਹੋਵੇਗਾ, ਨਾ ਕਚੀਚੀਆਂ ਵੱਢਣਾ ਹੋਵੇਗਾ, ਨਾ ਕੋਈ ਦੁੱਖ ਹੋਵੇਗਾ, ਨਾ ਕੋਈ ਦਰਦ ਹੋਵੇਗਾ। ਉੱਥੇ ਅਸੀਂ ਪਰਮੇਸ਼ਵਰ ਦੇ ਸੱਜੇ ਹੱਥ ਤੇ ਬੈਠਾਂਗੇ। ਹਾਲੇਲੂਇਆ ਉੱਥੇ ਸੋਨੇ ਦੀਆਂ ਸੜਕਾਂ ਹੋਣਗੀਆਂ,
ना कोई बीमारी होएगी, ना कोई डिजीज होएगा, ना कुछ होएगा, ना ਇਹ ਜਿਹੜੀ ਚਿੰਤਾਵਾਂ ਆ, ਨਾ ਇਹ ਜਿਹੜੇ ਫਿਕਰ ਆ ਇਸ ਜ਼ਮੀਨ ਤੇ ਰਹਿ ਕੇ ਸਾਨੂੰ ਅਸੀਂ ਆਪਣੀ ਮਾਰਗੇਜ ਪੇ ਕਰਨੀ ਹੈ, ਅਸੀਂ ਗੱਡੀ ਦੀ ਇੰਸਟਾਲਮੈਂਟ ਪੇ ਕਰਨੀ ਹੈ, ਅਸੀਂ ਆਪਣੇ ਬਿੱਲ ਬੱਤੀਆਂ ਪੇ ਕਰਨੇ ਨੇ, ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਯੂਨੀਫਾਰਮਸ ਲੈਣੀਆਂ, ਇਹ ਸਭ ਕੁਝ ਨਹੀਂ ਹੋਏਗਾ। ਸਿਰਫ ਤੇ ਸਿਰਫ ਸਾਡਾ ਪ੍ਰਭੂ ਯਿਸੂ ਮਸੀਹ ਯਹੋਵਾ ਪਾਕ ਖੁਦਾ ਉਹਦਾ ਪਾਕ ਰੂਹ ਸਾਡੇ ਨਾਲ ਹੋਵੇਗਾ। ਉੱਥੇ ਨਵੀਆਂ ਸੜਕਾਂ, ਨਵਾਂ ਯਰੂਸ਼ਲਮ, ਨਵਾਂ ਸਭ ਕੁਝ ਹੋਏਗਾ। ਹਾਲੇਲੂਇਆ। ਤੇ ਕਿੰਨਾ ਚੰਗਾ ਉਹ ਦਿਨ ਜਦੋਂ ਅਸੀਂ ਸਾਰੇ ਉਸ ਖੁਦਾਵੰਦ ਦੀ ਬਾਦਸ਼ਾਹੀ ਵਿੱਚ ਸਾਰੇ ਇਕੱਠੇ ਹੋਵਾਂਗੇ। ਹਾਲੇਲੂਇਆ। ਇੱਕ ਦੂਜੇ ਦੇ ਨਾਲ ਅਸੀਂ ਇੱਕ ਦੂਜੇ ਦੇ ਸਾਥ ਹੋਵਾਂਗੇ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਉੱਥੇ ਨਾ ਕੋਈ ਪਰਸੀਕਿਊਸ਼ਨ ਹੋਏਗੀ, ਨਾ ਕੁਝ ਸਾਨੂੰ ਸਹਿਣਾ ਪੈਣਾ ਆ, ਸਿਰਫ ਤੇ ਸਿਰਫ ਸਾਡਾ ਪਰਮੇਸ਼ਵਰ ਯਹੋਵਾ ਪਾਕ ਖੁਦਾ ਸਾਡੇ ਨਾਲ ਹੋਵੇਗਾ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਔਰ ਉਹਦੇ ਨਾਮ ਨੂੰ ਇੱਜ਼ਤ ਔਰ ਜਲਾਲ ਦੇਣੀ ਆ। ਖੁਦਾਵੰਦ ਦੀ ਤਾਰੀਫ ਹੋਵੇ, ਖੁਦਾਵੰਦ ਦੇ ਨਾਮ ਨੂੰ ਇੱਜ਼ਤ ਔਰ ਜਲਾਲ ਮਿਲੇ। I think my message is all done. So one second, sorry, ਇੱਕ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਥੋੜਾ ਜਿਹਾ ਮੈਂ ਇਹਦੇ ਨਾਲ obedience, ਕਿਉਂਕਿ ਖੁਦਾਵੰਦ ਮੇਰੇ ਦਿਲ ਚ obedience ਪਾ ਰਹੇ ਸੀਗੇ and it was related to my message. So I will share one more reference with you and then I'm done. So prophet Jonah Nabi ਦੀ ਕਿਤਾਬ, ਹਾਲੇਲੂਇਆ, Jonah Nabi ਦੀ ਕਿਤਾਬ, ਉਹਦਾ ਪਹਿਲਾ ਅਧਿਆਇ ਔਰ ਉਹਦੀ 17ਵੀਂ ਆਇਤ ਅਸੀਂ ਪੜਾਂਗੇ। ਪਹਿਲਾ ਅਧਿਆਇ ਔਰ ਉਹਦੀ 17ਵੀਂ ਆਇਤ ਚ ਲਿਖਿਆ ਆ, ਜੇ ਤੁਸੀਂ ਪੂਰਾ ਚੈਪਟਰ ਪੜਨਾ ਚਾਹੁੰਦੇ ਹੋ, book of Jonah is amazing। ਜਦੋਂ ਤੁਸੀਂ ਇਹਨੂੰ ਪੜੋਗੇ ਤੇ ਤੁਹਾਨੂੰ ਇੰਨੀਆਂ ਚੀਜ਼ਾਂ ਤੁਹਾਡੇ ਤੇ ਰਿਵੀਲ ਹੋਣਗੀਆਂ। ਪਰ ਯਹੋਵਾ ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੋਨਾ ਨੂੰ ਨਿਗਲ ਜਾਵੇ, ਅਤੇ ਯੋਨਾ 3 ਦਿਨ ਅਤੇ 3 ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ। ਕਿਉਂ ਰਿਹਾ? ਕਿਉਂਕਿ ਉਹਨੇ ਡਿਸਓਬੀਡੀਐਂਸ ਨੂੰ ਕੀਤਾ ਸੀ। ਜੋ ਖੁਦਾ ਨੇ, ਜੋ ਯਹੋਵਾ ਪਾਕ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਤੂੰ ਨੀਨਵਾ ਸ਼ਹਿਰ ਵਿੱਚ ਜਾ, ਪਰ ਉਹ ਨੀਨਵਾ ਨੂੰ ਛੱਡ ਕੇ ਉਹ ਤਰਸ਼ੀਸ਼ ਵੱਲ ਨੱਠ ਪਿਆ, ਉਹ ਤਰਸ਼ੀਸ਼ ਵੱਲ ਦੌੜ ਪਿਆ। ਤੇ ਕੀ ਹੋਇਆ? ਸਮੁੰਦਰ ਉਛਾਲਾਂ ਮਾਰਨ ਲੱਗ ਗਿਆ, ਛਲਾਂਗਾ ਮਾਰਨ ਲੱਗ ਗਿਆ। ਤੇ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਹੋ ਰਿਹਾ ਆ? ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਦੇ ਕਰਕੇ ਸਾਰਾ ਕੁਝ ਹੋ ਰਿਹਾ, ਤੇ ਉਹਨੂੰ ਸਮੁੰਦਰ ਦੇ ਵਿੱਚ ਸਮੁੰਦਰ ਦੇ ਵਿੱਚ ਸਿੱਟ ਦਿੱਤਾ। ਜਦੋਂ ਸਮੁੰਦਰ ਦੇ ਵਿੱਚ ਸਿੱਟਿਆ ਤੇ ਉੱਥੇ ਪਰਮੇਸ਼ਵਰ ਨੇ, ਯਹੋਵਾ ਨੇ ਪਹਿਲਾਂ ਤੋਂ ਹੀ ਵੱਡੀ ਮੱਛੀ ਠਹਿਰਾਈ ਹੋਈ ਸੀ। ਜਦੋਂ ਵੱਡੀ ਮੱਛੀ ਉਹਨੇ ਠਹਿਰਾਈ ਤੇ ਉਹ ਮੱਛੀ ਜਿਹੜੀ ਸੀਗੀ ਉਹਨੂੰ ਨਿਗਲ ਗਈ। ਹਾਲੇਲੂਇਆ। ਉਹ 3 ਦਿਨ 3 ਰਾਤ ਉਸ ਮੱਛੀ ਦੇ ਵਿੱਚ ਰਿਹਾ। ਹਾਲੇਲੂਇਆ। ਇਟ ਵਾਸ ਹੈਲ। ਹਾਲੇਲੂਇਆ। ਸੋ ਪਰ ਪਰਮੇਸ਼ਵਰ ਦਾ ਉਹਦੇ ਵਾਸਤੇ ਕਹਿੰਦੇ ਨੇ ਨਾ, ਉਹਦੇ ਵਾਸਤੇ ਪਰਮੇਸ਼ਵਰ ਦਾ ਇੱਕ ਪਰਪਸ ਸੀਗਾ, ਕਿਉਂਕਿ ਪਰਮੇਸ਼ਵਰ ਨੇ ਉਹਨੂੰ ਨੀਨਵਾ ਭੇਜਣਾ ਸੀ, ਪਰ ਉਹ ਨੀਨਵਾ ਨੂੰ ਛੱਡ ਕੇ ਉਹ ਤਰਸ਼ੀਸ਼ ਵੱਲ ਜਾ ਪਿਆ। ਹਾਲੇਲੂਇਆ। ਸੋ ਜੇ ਅਸੀਂ ਦੂਸਰਾ ਅਧਿਆਇ ਉਹਦਾ ਪਹਿਲੀਆਂ 2 ਆਇਤਾਂ ਅਸੀਂ ਪੜ੍ਹੀਏ, ਤਦ ਯੋਨਾ ਨੇ ਮੱਛੀ ਦੇ ਢਿੱਡ ਵਿੱਚ ਯਹੋਵਾ ਆਪਣੇ ਪਰਮੇਸ਼ਵਰ ਕੋਲ ਇਉਂ ਪ੍ਰਾਰਥਨਾ ਕੀਤੀ, ਮੈਂ ਆਪਣੀ ਔਖਿਆਈ ਵਿੱਚ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਆਵਾਜ਼ ਸੁਣੀ। ਹਾਲੇਲੂਇਆ। ਮੱਛੀ ਦੇ ਪੇਟ ਵਿੱਚ ਲੈ ਗਿਆ ਖੁਦਾਵੰਦ, ਕਿਉਂਕਿ ਉਹਨੇ ਡਿਸਓਬੀਡੀਐਂਸ ਨੂੰ ਉਹਨੇ ਅਪਣਾਇਆ ਸੀ। ਉਹਨੇ ਓਬੀਡੀਐਂਸ ਨਹੀਂ ਕੀਤੀ, ਪਰ ਡਿਸਓਬੀਡੀਐਂਸ ਕੀਤੀ। ਹਾਲੇਲੂਇਆ। ਸੋ ਸਾਨੂੰ ਓਬੀਡੀਐਂਟ ਰਹਿਣਾ ਆ, ਸਾਨੂੰ ਓਬੀਡੀਐਂਟ ਰਹਿਣਾ ਆ। obedience is better than sacrifice. ਹਾਲੇਲੂਇਆ। ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ ਕਿ ਖੁਦਾਵੰਦ ਨੇ ਸਾਡੇ ਉੱਤੇ ਸਾਨੂੰ ਆਪਣਾ ਜ਼ਿੰਦਾ ਵਚਨ ਦਿੱਤਾ ਆ। ਜਦੋਂ ਅਸੀਂ ਇਸ ਵਚਨ ਨੂੰ ਪੜ੍ਹਦੇ ਆ ਤੇ ਸਾਡੀਆਂ ਜਿਹੜੇ ਪੋਟੈਂਸ਼ੀਅਲਸ ਆ ਉਹ ਖੁੱਲਦੇ ਨੇ। ਹਾਲੇਲੂਇਆ। ਜਿਹੜੇ ਵਿਜ਼ਡਮ ਖੋਲਦਾ ਆ ਖੁਦਾਵੰਦ ਆਪਣੇ ਕਲਾਮ ਦੇ ਨਾਲ, ਨੌਲੇਜ ਦਿੰਦਾ ਆ, ਤੁਹਾਨੂੰ ਅੰਡਰਸਟੈਂਡਿੰਗ ਦਿੰਦਾ ਆ। ਮੈਂ ਜਦੋਂ ਪਰਮੇਸ਼ਵਰ ਦੇ ਅੱਗੇ ਦੁਆ ਕਰਨ ਬੈਠਦੀ ਆ, ਮੈਂ ਕਹਿੰਦੀ ਆ ਖੁਦਾਵੰਦ ਜੀ ਮੈਨੂੰ ਮੇਰੀ ਅੰਡਰਸਟੈਂਡਿੰਗ ਨੂੰ ਖੋਲੋ, ਮੈਨੂੰ ਵਿਜ਼ਡਮ ਦਿਓ, ਮੈਨੂੰ ਨੌਲੇਜ ਦਿਓ, ਤਾਂ ਕਿ ਮੈਂ ਇਸ ਵਚਨ ਨੂੰ ਅੱਛੇ ਤਰੀਕੇ ਦੇ ਨਾਲ ਸਮਝ ਸਕਾਂ। ਕਿਉਂਕਿ ਅਸੀਂ ਬਾਈਬਲ ਨੂੰ ਇੱਕ ਬੁੱਕ ਦੀ ਤਰ੍ਹਾਂ ਨਹੀਂ ਪੜ੍ਹ ਸਕਦੇ, ਅਸੀਂ ਬਾਈਬਲ ਨੂੰ ਇੱਕ ਬੁੱਕ ਦੀ ਤਰ੍ਹਾਂ ਨਹੀਂ ਪੜ੍ਹ ਸਕਦੇ। ਸਾਨੂੰ ਇਸ ਕਲਾਮ ਨੂੰ ਅੰਦਰ ਲੈ ਕੇ ਜਾਣਾ ਆ। ਹਾਲੇਲੂਇਆ। ਤਾਂ ਕਿ ਜਦੋਂ ਇਹ ਅੰਦਰ ਜਾਵੇਗਾ ਤੇ ਜਿੰਨੀਆਂ ਬਿਮਾਰੀਆਂ ਹੋਣਗੀਆਂ, ਜਿੰਨੇ ਤੁਹਾਡੇ ਆਰਗਨਸ ਤੁਹਾਡੇ ਬਿਮਾਰ ਹੋਣਗੇ, ਜਿੰਨੇ ਤੁਹਾਡੇ ਆਰਗਨਸ ਕੰਮ ਨਹੀਂ ਕਰਦੇ ਹੋਣਗੇ, ਉਹ ਸਭ ਚੀਜ਼, ਉਹ ਹਰ ਆਰਗਨਸ ਤੁਹਾਡਾ ਕੰਮ ਕਰੇਗਾ, ਹਰ ਇੱਕ ਬਿਮਾਰੀਆਂ ਤੋਂ ਤੁਹਾਨੂੰ ਸ਼ਿਫਾ ਦੇਵੇਗਾ। ਇਸ ਕਰਕੇ ਜਦੋਂ ਅਸੀਂ ਓਬੀਡੀਐਂਸ ਨੂੰ ਅਪਣਾਉਂਦੇ ਆ,
ਸੌਰੀ ਡਿਸਓਬੀਡੀਐਂਸ ਨੂੰ ਅਪਣਾਉਂਦੇ ਆ, ਤੇ ਇਹ ਵੀ ਇੱਕ ਇਲਨੈਸ ਆ, ਇਹ ਵੀ ਇੱਕ ਬਿਮਾਰੀ ਹੈ। ਹਾਲੇਲੂਇਆ। ਫੇਥਫੁਲਨੈਸ, ਸਾਨੂੰ ਵਫਾਦਾਰ ਰਹਿਣਾ ਆ। ਹਾਲੇਲੂਇਆ। ਸਾਨੂੰ ਹਰ ਚੀਜ਼ ਦੇ ਵਿੱਚ ਵਫਾਦਾਰ ਰਹਿਣਾ ਹੈ, ਚਾਹੇ ਉਹ ਕੁਝ ਵੀ ਹੋਵੇ, ਚਾਹੇ ਉਹ ਕੁਝ ਵੀ ਹੋਵੇ, ਸਾਨੂੰ ਹਰ ਚੀਜ਼ ਦੇ ਵਿੱਚ ਵਫਾਦਾਰ ਰਹਿਣਾ। ਚਾਹੇ ਸਾਡੇ ਬੱਚੇ ਹੋਣ, ਚਾਹੇ ਸਾਡੀ ਫੈਮਿਲੀ ਹੋਵੇ, ਚਾਹੇ ਸਾਡੇ ਭੈਣ ਭਰਾ ਹੋਣ, ਚਾਹੇ ਸਾਡੀ ਕੰਗਰੀਗੇਸ਼ਨ ਹੋਵੇ, ਚਾਹੇ ਸਾਡੇ ਪਾਸਟਰਸ ਹੋਣ, ਸਾਨੂੰ ਹਮੇਸ਼ਾ ਵਫਾਦਾਰੀ ਜਿਹੜੀ ਹੈ ਉਹ ਸਾਨੂੰ ਅਪਣਾਣੀ ਹੈ, ਓਬੀਡੀਐਂਸ ਰਹਿਣਾ ਆ। ਹਾਲੇਲੂਇਆ। ਹੁਕਮ ਮੰਨਣਾ, ਸੌਰੀ ਮੈਨੂੰ ਹੁਣ ਇਹਨੂੰ ਪੰਜਾਬੀ ਵਿੱਚ ਨਹੀਂ ਕਹਿਣਾ ਆਉਂਦਾ। ਓਬੀਡੀਐਂਸ ਇਜ਼ ਬੈਟਰ ਦੈਨ ਸੈਕਰੀਫਾਈਸ। ਹੁਕਮ ਮੰਨਣਾ ਕੁਰਬਾਨੀ ਚੜਾਉਣ ਨਾਲੋਂ ਬਿਹਤਰ ਹੈ। ਹਾਲੇਲੂਇਆ। ਸੋ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ। ਹਾਲੇਲੂਇਆ। ਉਹਦਾ ਹੁਕਮ ਮੰਨੋ, ਉਹਦੀ ਕਮਾਂਡਸ ਦੇ ਉੱਤੇ ਚੱਲੋ। ਜੋ ਕੁਝ ਖੁਦਾਵੰਦ ਸਾਨੂੰ ਕਹਿੰਦਾ ਆ, ਅਸੀਂ ਉਹਦੀ ਆਵਾਜ਼ ਨੂੰ ਸੁਣਨਾ ਆ, ਤੇ ਸਾਨੂੰ ਉਹ ਬਲ ਦਿੰਦਾ ਆ, ਫਿਰ ਸਾਨੂੰ ਉਹ ਸ਼ਕਤੀ ਦਿੰਦਾ ਆ, ਫਿਰ ਸਾਨੂੰ ਉਹ ਪਾਵਰ ਦਿੰਦਾ ਆ, ਤਾਂ ਕਿ ਅਸੀਂ ਹਰ ਚੀਜ਼ ਦੇ ਉੱਤੇ ਫਤਹ ਪਾ ਸਕੀਏ, ਕਿਉਂਕਿ ਅਸੀਂ ਉਸ ਪਰਮੇਸ਼ਵਰ ਦੇ ਬੇਟੇ ਤੇ ਬੇਟੀਆਂ ਆ ਜਿਨਨੇ ਮੌਤ ਦੇ ਉੱਤੇ ਫਤਹ ਪਾਈ। ਹਾਲੇਲੂਇਆ। ਜਿਨਨੇ ਮੌਤ ਦੇ ਉੱਤੇ ਫਤਹ ਪਾ ਕੇ ਉਹ ਤੀਜੇ ਦਿਨ ਜੀ ਉੱਠਿਆ। ਹਾਲੇਲੂਇਆ। ਅਸੀਂ ਉਸ ਜ਼ਿੰਦਾ ਪਰਮੇਸ਼ਵਰ ਦੀ ਇਬਾਦਤ ਕਰਦੇ ਹਾਂ, ਉਸ ਜ਼ਿੰਦਾ ਪਰਮੇਸ਼ਵਰ ਦੀ ਅਸੀਂ ਵਰਸ਼ਿਪ ਕਰਦੇ ਹਾਂ ਪੂਰੇ ਦਿਲ ਨਾਲ। ਖੁਦਾਵੰਦ ਦਾ ਕਲਾਮ ਕਹਿੰਦਾ ਹੈ, ਹੀਅਰ ਓ ਇਜ਼ਰਾਈਲ, the Lord your God, the Lord is one, the Lord your God, love your Lord with all your heart, with all your mind, with all your strength. ਹਾਲੇਲੂਇਆ। ਪੂਰੇ ਦਿਲ ਨਾਲ, ਪੂਰੀ ਜਾਨ ਨਾਲ, ਪੂਰੀ ਮਾਈਂਡ ਦੇ ਨਾਲ, ਪੂਰੇ ਦਿਮਾਗ ਦੇ ਨਾਲ ਅਸੀਂ ਆਪਣੇ ਖੁਦਾ ਬਾਪ ਦੀ ਪ੍ਰਸਤਿਸ਼ ਕਰੀਏ ਔਰ ਉਹਦੇ ਨਾਮ ਨੂੰ ਉੱਚਾ ਕਰੀਏ। So God bless you all. Thank you so much for listening, for sitting. You are so faithful and I love you all. Yesu Masih Nasri ਦੇ ਨਾਮ ਚ। Thank you so much, Pastor Ji.